ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਸ਼੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਭਾਗ 8ਵਾਂ, ਪੰਨਾ ਨੰਬਰ 154। ਭਾਈ ਸਾਹਿਬ ਭਾਈ ਸ਼ਿਆਮ ਸਿੰਘ ਜੀ ਮੁੱਖ ਗ੍ਰੰਥੀ। ਇਹਨਾਂ ਦੇ ਬਾਰੇ ਲਿਖਤੀ ਰੂਪ ਵਿੱਚ ਕੋਈ ਵਿਸਥਾਰ ਨਹੀਂ ਮਿਲਿਆ। ਸਿਰਫ ਭਾਈ ਆਤਮਾ ਸਿੰਘ ਜੀ ਵੱਲੋਂ ਇਹਨਾਂ ਨੂੰ ਮੁੱਖ ਗ੍ਰੰਥੀ ਥਾਪੇ ਜਾਣ ਬਾਰੇ ਹੀ ਸੂਚਨਾ ਮਿਲੀ ਹੈ। ਇਹਨਾਂ ਦੇ ਸਮੇਂ ਭਾਈ ਮੱਖਣ ਸਿੰਘ ਜੀ ਅਰੋੜਾ ਅਤੇ ਭਾਈ ਗੋਪਾਲ ਸਿੰਘ ਜੀ ਬ੍ਰਾਹਮਣ ਗ੍ਰੰਥੀ ਰਹੇ। ਇਹਨਾਂ ਨੇ ਆਪਣੇ ਥਾਂ ਭਾਈ ਜੱਸਾ ਸਿੰਘ ਜੀ ਨੂੰ ਮੁੱਖ ਗ੍ਰੰਥੀ ਨਿਯੁਕਤ ਕੀਤਾ। ਭਾਈ ਮੱਖਣ ਸਿੰਘ ਜੀ ਗ੍ਰੰਥੀ ਸ਼੍ਰੀ ਹਰਮੰਦਰ ਸਾਹਿਬ। ਭਾਈ ਮੱਖਣ ਸਿੰਘ ਜੀ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਸਿੱਧ ਗ੍ਰੰਥੀ ਹੋਏ ਹਨ। ਇਹਨਾਂ ਦੇ ਹੀ ਯਤਨਾਂ ਨਾਲ ਸਰ ਹੈਨਰੀ ਲਾਰੈਂਸ ਰੈਜ਼ੀਡੈਂਟ ਲਾਹੌਰ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਅਦਬ ਰੱਖਣ ਦਾ ਹੇਠ ਲਿਖਿਆ ਹੁਕਮ 24 ਮਾਰਚ ਸੰਨ 1847 ਨੂੰ ਜਾਰੀ ਕੀਤਾ ਸੀ। ਅੰਮ੍ਰਿਤਸਰ ਦੇ ਪੁਜਾਰੀਆਂ ਦੀ ਸ਼ਿਕਾਇਤ ਪਰ ਗਵਰਨਰ ਜਨਰਲ ਦੇ ਹੁਕਮ ਅਨੁਸਾਰ ਸਭ ਨੂੰ ਖਬਰਦਾਰ ਕੀਤਾ ਜਾਂਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਵਿੱਚ ਕੋਈ ਜੁੱਤੀ ਪਹਿਨੇ ਹੋਏ ਨਾ ਜਾਵੇ। ਪਰਿਕਰਮਾ ਵਿੱਚ ਜਾਣ ਤੋਂ ਪਹਿਲਾਂ ਤਾਲ ਦੇ ਕਿਨਾਰੇ ਦੇ ਬੁੰਗੇ ਵਿੱਚ ਜੋੜੇ ਉਤਾਰ ਦਿੱਤੇ ਜਾਣ। ਅੰਮ੍ਰਿਤਸਰ ਗਊ ਹੱਤਿਆ ਨਾ ਹੋਵੇ ਅਤੇ ਨਾ ਸਿੱਖਾਂ ਨੂੰ ਕਿਸੇ ਤਰ੍ਹਾਂ ਦੁਖਾਇਆ ਜਾਵੇ ਔਰ ਨਾ ਉਹਨਾਂ ਦੇ ਮਾਮਲਿਆਂ ਵਿੱਚ ਕੋਈ ਮੁਦਾਖਲਤ ਕੀਤੀ ਜਾਵੇ। ਭਾਈ ਮੱਖਣ ਸਿੰਘ ਦਾ ਦੇਹਾਂਤ ਸੰਨ 1863 ਈਸਵੀ ਵਿੱਚ ਹੋਇਆ, ਪਰ ਆਇਨਾ ਦਰਬਾਰ ਦੇ ਪੰਨਾ 26 ਤੇ ਦੇਹਾਂਤ 7 ਸਤੰਬਰ 1852 ਈਸਵੀ ਵਿੱਚ ਲਿਖਿਆ ਹੋਇਆ ਹੈ, ਜਦ ਕਿ ਤਵਾਰੀਖ ਅੰਮ੍ਰਿਤਸਰ ਕਿਰਤ ਗਿਆਨੀ ਗਿਆਨ ਸਿੰਘ ਪੰਨਾ 25 ਉੱਪਰ 7 ਸਤੰਬਰ 1753 ਈਸਵੀ ਲਿਖਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਸਮੇਂ ਭਾਈ ਮੱਖਣ ਸਿੰਘ ਅਰੋੜਾ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਦੀ ਉੱਚ ਪਦਵੀ ਤੇ ਗੱਦੀ ਨਸ਼ੀਨ ਹੋਇਆ। ਭਾਈ ਚੰਚਲ ਸਿੰਘ ਦੇ ਸਮੇਂ ਤੋਂ ਇਹ ਮਰਿਆਦਾ ਚੱਲੀ ਆਉਂਦੀ ਸੀ ਕਿ ਕੋਈ ਗ੍ਰਸਤੀ ਸ੍ਰੀ ਹਰਮੰਦਰ ਸਾਹਿਬ ਦਾ ਗ੍ਰੰਥੀ ਨਿਯਤ ਨਹੀਂ ਹੋ ਸਕਦਾ, ਪਰ ਭਾਈ ਮੱਖਣ ਸਿੰਘ ਗ੍ਰਸਤੀ ਸੀ। ਇਸ ਦੇ 2 ਪੁੱਤਰ ਸਨ, ਲੈਣਾ ਸਿੰਘ ਅਤੇ ਗਹਿਣਾ ਸਿੰਘ। ਇਹ ਦੋਨੋਂ ਆਪਣੇ ਪਿਤਾ ਮੱਖਣ ਸਿੰਘ ਦੇ ਜਿਉਂਦਿਆਂ ਹੀ ਸਰੀਰ ਤਿਆਗ ਗਏ। ਭਾਈ ਮੱਖਣ ਸਿੰਘ ਜੀ ਦੇ ਹੁੰਦਿਆਂ ਹੀ ਇਸ ਦਾ ਪੁੱਤਰ ਭਾਈ ਗਹਿਣਾ ਸਿੰਘ ਰੈਜ਼ੀਡੈਂਟੀ ਦੇ ਸਮੇਂ 1904 ਬਿਕਰਮੀ ਨੂੰ ਗ੍ਰੰਥੀ ਨਿਯੁਕਤ ਹੋਇਆ, ਪਰ ਉਹ ਬਿਮਾਰ ਹੋ ਕੇ 40 ਦਿਨਾਂ ਬਾਅਦ ਸਰੀਰ ਤਿਆਗ ਗਿਆ। ਉਸ ਤੋਂ ਬਾਅਦ ਭਾਈ ਗਹਿਣਾ ਸਿੰਘ ਦੇ ਭਰਾ ਭਾਈ ਲੈਣਾ ਸਿੰਘ ਦਾ ਇੱਕੋ ਇੱਕ ਪੁੱਤਰ ਭਾਈ ਭਗਤ ਸਿੰਘ ਗ੍ਰੰਥੀ ਦੀ ਗੱਦੀ ਦਾ ਵਾਰਸ ਬਣਿਆ, ਕਿਉਂਕਿ ਇਹ ਭਾਈ ਮੱਖਣ ਸਿੰਘ ਦੇ ਹੁੰਦਿਆਂ ਵੀ ਗ੍ਰੰਥੀ ਦੀ ਸੇਵਾ ਕਰਦਾ ਰਿਹਾ ਤੇ ਆਪਣੇ ਕੰਮ ਦਾ ਕੋਈ ਜ਼ਿਆਦਾ ਹਿੱਸਾ ਵੀ ਨਹੀਂ ਲੈਂਦਾ ਰਿਹਾ, ਸਗੋਂ ਜੋ ਕੁਝ ਉਸ ਨੂੰ ਮਿਲਦਾ ਆਪਣੇ ਚਾਚੇ ਦੇ ਪੁੱਤਰਾਂ ਦੇ ਨਾਲ ਵੰਡ ਕੇ ਲੈਂਦਾ ਰਿਹਾ। ਗ੍ਰੰਥੀ ਸਿੰਘਾਂ ਨੂੰ ਉਸ ਸਮੇਂ ਕਈ ਵਾਰ ਖਾਸ ਚੜਾਵੇ ਵੀ ਮਿਲਦੇ ਸਨ, ਜਿਨ੍ਹਾਂ ਨੂੰ ਅਰਦਾਸ ਕਹਿੰਦੇ ਸਨ। ਭਾਈ ਭਗਤ ਸਿੰਘ ਲੈਣਾ ਸਿੰਘ ਦਾ ਇੱਕੋ ਇੱਕ ਪੁੱਤਰ ਸੀ, ਜਦ ਕਿ ਭਾਈ ਗਹਿਣਾ ਸਿੰਘ ਦੇ ਨੌਰੰਗ ਸਿੰਘ ਤੇ ਸੰਤ ਸਿੰਘ 2 ਪੁੱਤਰ ਸਨ। ਉਹਨਾਂ ਨੇ ਭਾਈ ਭਗਤ ਸਿੰਘ ਦੇ ਖਿਲਾਫ ਪੰਜਾਬ ਹਾਈ ਕੋਰਟ ਵਿੱਚ ਅਪੀਲ ਕੀਤੀ ਕਿ ਇਸ ਗੱਦੀ ਦੇ ਅਸੀਂ ਵਾਰਸ ਹਾਂ, ਪਰ 15 ਜੁਲਾਈ 1870 ਈਸਵੀ ਨੂੰ ਉਹਨਾਂ ਦੀ ਅਪੀਲ ਸਣੇ ਖਰਚਾ ਨਾ ਮਨਜ਼ੂਰ ਹੋ ਗਈ, ਕਿਉਂਕਿ ਭਾਈ ਭਗਤ ਸਿੰਘ ਆਪਣੇ ਦਾਦਾ ਮੱਖਣ ਸਿੰਘ ਅਤੇ ਚਾਚਾ ਗਹਿਣਾ ਸਿੰਘ ਦੇ ਸਮੇਂ ਤੋਂ ਹੀ ਗ੍ਰੰਥੀ ਦੀ ਸੇਵਾ ਕਰਦਾ ਚਲਿਆ ਆ ਰਿਹਾ ਸੀ। ਭਾਈ ਸਾਹਿਬ ਭਾਈ ਜੱਸਾ ਸਿੰਘ ਜੀ ਮੁੱਖ ਗ੍ਰੰਥੀ। ਇਹ ਅਰੋੜ ਵੰਸ਼ ਵਿੱਚ ਪੈਦਾ ਹੋਏ ਤੇ ਇਹਨਾਂ ਨੂੰ ਭਾਈ ਸ਼ਿਆਮ ਸਿੰਘ ਜੀ ਨੇ ਆਪਣੇ ਥਾਂ ਮੁੱਖ ਗ੍ਰੰਥੀ ਦੀ ਪਦਵੀ ਤੇ ਸਥਾਪਨ ਕੀਤਾ। ਇਹਨਾਂ ਦੇ ਨਾਲ ਭਾਈ ਦੀਵਾਨ ਸਿੰਘ ਜੀ ਅਤੇ ਭਾਈ ਗਹਿਣਾ ਸਿੰਘ ਜੀ ਗ੍ਰੰਥੀ ਬਣਿਆ। ਜੋ ਭਾਈ ਮੱਖਣ ਸਿੰਘ ਜੀ ਦਾ ਪੁੱਤਰ ਸੀ, ਉਹ 40 ਦਿਨ ਬਿਮਾਰ ਹੋ ਕੇ ਸਰੀਰ ਤਿਆਗ ਗਿਆ, ਜਿਸ ਕਰਕੇ ਉਸ ਦੀ ਥਾਂ ਭਾਈ ਭਗਤ ਸਿੰਘ ਗ੍ਰੰਥੀ ਬਣਿਆ। ਭਾਈ ਜੱਸਾ ਸਿੰਘ ਜੀ ਦੇ ਵਧੇਰੇ ਜੀਵਨ ਸਮਾਚਾਰ ਵੀ ਮਿਲ ਨਹੀਂ ਸਕੇ। ਦੇਹਾਂਤ ਦੀ ਤਾਰੀਖ ਮਿਲੀ ਹੈ, ਜੋ ਕਿ ਅੱਸੂ 1913 ਬਿਕਰਮੀ ਲਿਖੀ ਹੈ। ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ ਮੁੱਖ ਗ੍ਰੰਥੀ। ਇਹਨਾਂ ਦਾ ਜਨਮ ਸੈਣੀ ਖਾਨਦਾਨ ਵਿੱਚ ਹੋਇਆ। ਇਹਨਾਂ ਦੇ ਸਮੇਂ ਭਾਈ ਭਗਤ ਸਿੰਘ ਜੀ ਅਤੇ ਭਾਈ ਹੀਰਾ ਸਿੰਘ ਜੀ ਗ੍ਰੰਥੀ ਸਨ। ਭਾਈ ਭਗਤ ਸਿੰਘ ਜੀ ਭਾਈ ਗਹਿਣਾ ਸਿੰਘ ਦੇ ਭਰਾ ਲੈਣਾ ਸਿੰਘ ਦਾ ਇੱਕੋ ਇੱਕ ਪੁੱਤਰ ਸੀ।
ਭਾਈ ਜਵਾਹਰ ਸਿੰਘ ਨੂੰ ਜੱਸਾ ਸਿੰਘ ਜੀ ਨੇ ਆਪਣੇ ਥਾਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਨਿਯਤ ਕੀਤਾ। ਭਾਈ ਜਵਾਹਰ ਸਿੰਘ ਜੀ ਦਾ ਦੇਹਾਂਤ 1 ਮਾਘ 1942 ਬਿਕਰਮੀ ਨੂੰ ਹੋਇਆ। ਦੂਜੀ ਸ਼ਾਖ ਦੇ ਮੱਖਣ ਸਿੰਘ ਤੋਂ ਬਾਅਦ ਉਸ ਦਾ ਪੁੱਤਰ ਗਹਿਣਾ ਸਿੰਘ ਤੇ ਗਹਿਣਾ ਸਿੰਘ ਤੋਂ ਬਾਅਦ ਗਹਿਣਾ ਸਿੰਘ ਦੇ ਭਰਾ ਲਹਿਣਾ ਸਿੰਘ ਦਾ ਪੁੱਤਰ ਭਗਤ ਸਿੰਘ ਗ੍ਰੰਥੀ ਬਣਿਆ। ਭਗਤ ਸਿੰਘ ਤੋਂ ਬਾਅਦ ਉਸ ਦਾ ਪੁੱਤਰ ਸੁੰਦਰ ਸਿੰਘ ਗ੍ਰੰਥੀ ਬਣਿਆ। ਸੁੰਦਰ ਸਿੰਘ ਤੋਂ ਅੱਗੇ ਸੰਤ ਸਿੰਘ ਤੇ ਉਸ ਤੋਂ ਬਾਅਦ ਗੁਰਬਚਨ ਸਿੰਘ ਗ੍ਰੰਥੀ ਥਾਪਿਆ ਗਿਆ। ਤੀਜੀ ਸ਼ਾਖ ਦੇ ਭਾਈ ਗੋਪਾਲ ਸਿੰਘ ਜਦ 26 ਚੇਤ 1911 ਬਿਕਰਮੀ ਨੂੰ ਚਲਾਣਾ ਕਰ ਗਏ ਤਾਂ ਉਹਨਾਂ ਦੀ ਥਾਂ ਭਾਈ ਦੀਵਾਨ ਸਿੰਘ ਬ੍ਰਾਹਮਣ ਗ੍ਰੰਥੀ ਥਾਪੇ ਗਏ। ਉਹ 5 ਪੋ 1925 ਬਿਕਰਮੀ ਨੂੰ ਅਕਾਲ ਚਲਾਣਾ ਕਰ ਗਏ। ਦੀਵਾਨ ਸਿੰਘ ਤੋਂ ਬਾਅਦ ਹੀਰਾ ਸਿੰਘ ਗੱਦੀ ਨਸ਼ੀਨ ਹੋਇਆ। ਭਾਈ ਹੀਰਾ ਸਿੰਘ ਦਾ ਦੇਹਾਂਤ 24 ਭਾਦਰੋਂ 1952 ਬਿਕਰਮੀ ਨੂੰ ਹੋਇਆ। ਉਹਨਾਂ ਦੀ ਥਾਂ ਭਾਈ ਪ੍ਰਤਾਪ ਸਿੰਘ ਗ੍ਰੰਥੀ ਨਿਯਤ ਹੋਇਆ। ਭਾਈ ਭਗਤ ਸਿੰਘ ਦੇ ਸਮੇਂ ਇੱਕ ਵਾਰ ਵਾਇਸਰਾਏ ਹਿੰਦ ਦਰਸ਼ਨਾਂ ਲਈ ਆਇਆ। ਝੋਲੀ ਚੁੱਕਾ ਨੇ ਬੂਟ ਨਾ ਲਾਉਣ ਦਿੱਤੇ। ਜਦ ਉਹ ਸਣੇ ਜੁੱਤੀ ਪੌੜੀਆਂ ਉਤਰਨ ਲੱਗਾ ਤਾਂ ਭਾਈ ਭਗਤ ਸਿੰਘ ਗ੍ਰੰਥੀ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਅੰਦਰ ਜਾ ਸਕਦੇ। ਜਦ ਝਗੜਾ ਵੱਧ ਗਿਆ ਤਾਂ ਭਾਈ ਭਗਤ ਸਿੰਘ ਤਲਵਾਰ ਲੈ ਕੇ ਸਾਹਮਣੇ ਖੜੇ ਹੋ ਗਏ। ਵਾਇਸਰਾਏ ਨੇ ਇਹ ਆਪਣੀ ਹੱਦ ਤੱਕ ਸਮਝੀ। ਲਾਹੌਰ ਜਾ ਕੇ ਭਾਈ ਭਗਤ ਸਿੰਘ ਨੂੰ ਸੇਵਾ ਤੋਂ ਵਿਹਲਾ ਕਰਵਾ ਦਿੱਤਾ। ਭਾਈ ਸਾਹਿਬ ਤਰਨਤਾਰਨ ਚਲੇ ਗਏ। ਵਾਇਸਰਾਏ ਨੂੰ ਅਜਿਹਾ ਪੇਟ ਦਰਦ ਹੋਇਆ ਕਿ ਡਾਕਟਰ ਜ਼ੋਰ ਲਾ ਥੱਕੇ ਪਰ ਫਾਇਦਾ ਨਾ ਹੋਇਆ। ਮੇਮ ਨੇ ਕਿਹਾ, ਤੇਥੋਂ ਕੋਈ ਮਹਾਨ ਗਲਤੀ ਹੋਈ ਹੈ। ਜਦ ਉਸ ਨੂੰ ਚੇਤਾ ਆਇਆ ਤਾਂ ਆਪਣੇ ਅਹਿਲਕਾਰ ਭੇਜ ਕੇ ਭਾਈ ਭਗਤ ਸਿੰਘ ਨੂੰ ਲਾਹੌਰ ਬੁਲਾਇਆ। ਮੁੜ ਗ੍ਰੰਥੀ ਦੀ ਸੇਵਾ ਤੇ ਬਹਾਲ ਕਰ ਦਿੱਤਾ। ਮਾਫੀ ਮੰਗੀ, ਚਰਨਾਂ ਤੇ ਮੱਥਾ ਟੇਕਿਆ, ਜਿਸ ਕਰਕੇ ਭਾਈ ਸਾਹਿਬ ਨੇ ਅਰਦਾਸ ਕੀਤੀ ਤਾਂ ਰਾਜ਼ੀ ਹੋ ਗਿਆ ਅਤੇ ਭਾਈ ਸਾਹਿਬ ਨੇ ਅੱਗੋਂ ਪਟਾ ਲਿਖਵਾਇਆ ਕਿ ਅੱਗੇ ਤੋਂ ਕੋਈ ਵੀ ਵੱਡੇ ਤੋਂ ਵੱਡਾ ਆਦਮੀ ਜੋੜੇ ਸਮੇਤ ਪਰਕਰਮਾ ਦੇ ਅੰਦਰ ਨਹੀਂ ਜਾ ਸਕਦਾ। ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਮੁੱਖ ਗ੍ਰੰਥੀ। ਆਪ ਸੈਣੀ ਖਾਨਦਾਨ ਵਿੱਚ ਪੈਦਾ ਹੋਏ। ਭਾਈ ਜਵਾਹਰ ਸਿੰਘ ਜੀ ਨੇ ਆਪ ਨੂੰ ਆਪਣੀ ਜਗ੍ਹਾ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਥਾਪਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ, ਜਿੱਥੇ ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ ਰਿਹਾਇਸ਼ੀ ਮਕਾਨ ਤੇ ਉਸ ਦੇ ਪਿੱਛੇ ਸ਼ਹੀਦ ਮਾਰਕੀਟ ਬਣੀ ਹੋਈ ਸੀ, ਇੱਥੇ ਪਹਿਲਾਂ ਇੱਕ 3 ਮੰਜ਼ਲੀ ਬਹੁਤ ਵੱਡੀ ਇਮਾਰਤ ਬਣੀ ਹੋਈ ਸੀ ਜਿਸ ਨੂੰ ਲੋਕ ਬੁੰਗਾ ਗ੍ਰੰਥੀਆਂ ਕਿਹਾ ਕਰਦੇ ਸਨ। ਇਸ ਦੀ ਸਭ ਤੋਂ ਉੱਪਰਲੀ ਮੰਜ਼ਲ ਵਿੱਚ ਭਾਈ ਹਰਨਾਮ ਸਿੰਘ ਜੀ ਮੁੱਖ ਗ੍ਰੰਥੀ, ਵਿਚਕਾਰਲੀ ਮੰਜ਼ਲ ਵਿੱਚ ਭਾਈ ਸੁੰਦਰ ਸਿੰਘ ਜੀ ਗ੍ਰੰਥੀ ਤੇ ਹੇਠਲੀ ਮੰਜ਼ਲ ਵਿੱਚ ਭਾਈ ਪ੍ਰਤਾਪ ਸਿੰਘ ਜੀ ਗ੍ਰੰਥੀ ਰਿਹਾ ਕਰਦੇ ਸਨ। ਮਹਾਰਾਜਾ ਫਰੀਦਕੋਟ ਨੇ ਜਦ ਸੰਮਤ 1940 ਬਿਕਰਮੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਵਾਉਣ ਲਈ ਪੰਥ ਦੇ ਮੁਖੀ ਵਿਦਵਾਨਾਂ ਦਾ ਇਕੱਠ ਬੁਲਾਇਆ ਤਾਂ ਬਤੌਰ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਨੂੰ ਸੱਦਾ ਪੱਤਰ ਆਇਆ। ਮਹਾਰਾਜੇ ਦਾ ਇਹ ਖਾਸ ਦਰਬਾਰ ਸੀ। ਆਏ ਮਹਿਮਾਨਾਂ ਲਈ ਦਰਜੇਵਾਰ ਕੁਰਸੀਆਂ ਰੱਖੀਆਂ ਹੋਈਆਂ ਸਨ। ਜਦ ਅੰਦਰ ਜਾ ਕੇ ਭਾਈ ਸਾਹਿਬ ਨੇ ਵੇਖਿਆ ਕਿ ਉਹਨਾਂ ਦੀ ਕੁਰਸੀ ਮਹਾਰਾਜੇ ਦੀ ਕੁਰਸੀ ਦੇ ਖੱਬੇ ਹੱਥ ਹੈ, ਜਦ ਕਿ ਸੱਜੇ ਹੱਥ ਚਾਹੀਦੀ ਸੀ, ਪਰ ਸੱਜੇ ਹੱਥ ਬੇਦੀ ਖੇਮ ਸਿੰਘ ਕੱਲਰ ਵਾਲਿਆਂ ਦੀ ਕੁਰਸੀ ਹੈ। ਆਪ ਇਸ ਨੂੰ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦੀ ਉੱਚਤਮ ਪਦਵੀ ਦੀ ਨਿਰਾਦਰੀ ਸਮਝ ਕੇ ਫਤਿਹ ਬੁਲਾ ਕੇ ਉੱਥੋਂ ਹੀ ਵਾਪਸ ਮੁੜ ਆਏ। ਅਹਿਲਕਾਰ ਅਤੇ ਮਹਾਰਾਜੇ ਨੇ ਆਪ ਆ ਕੇ ਬੇਨਤੀ ਕੀਤੀ ਕਿ ਆਪ ਆਪਣੀ ਕੁਰਸੀ ਤੇ ਸੁਸ਼ੋਭਿਤ ਹੋਵੋ, ਪਰ ਆਪ ਉਹਨਾਂ ਦੇ ਕਹਿਣ ਤੇ ਵੀ ਵਾਪਸ ਨਾ ਮੁੜੇ ਅਤੇ ਕਿਹਾ ਕਿ ਤੁਸਾਂ ਮੇਰੀ ਜਾਤ ਦਾ ਨਹੀਂ ਸਗੋਂ ਇਸ ਮਹਾਨ ਪਦਵੀ ਦਾ ਤਿਰਸਕਾਰ ਕੀਤਾ ਹੈ ਜੋ ਪਦਵੀ ਖਾਲਸਾ ਪੰਥ ਵਿੱਚ ਸਭ ਤੋਂ ਮਹਾਨ ਹੈ। ਮੈਂ ਆਪਣਾ ਨਿਰਾਦਰ ਤਾਂ ਸਹਿ ਸਕਦਾ ਹਾਂ, ਪਰ ਇਸ ਮਹਾਨ ਪਦਵੀ ਦੀ ਨਿਰਾਦਰੀ ਬਰਦਾਸ਼ਤ ਨਹੀਂ ਕਰ ਸਕਦਾ। ਇਉਂ ਉਹਨਾਂ ਇਸ ਸਰਬੋਤਮ ਪਦਵੀ ਦੇ ਸਤਿਕਾਰ ਨੂੰ ਬਰਕਰਾਰ ਰੱਖਿਆ। ਮਹਾਰਾਜੇ ਦੀ ਝੇਬ ਵਿੱਚ ਨਹੀਂ ਆਏ। ਆਪ ਬੜੇ ਦਿਦਾਰੀ ਸਿੰਘ ਸਨ। ਰਾਗ ਵਿਦਿਆ ਤੇ ਗੁਰਬਾਣੀ ਦੇ ਬੜੇ ਗਿਆਤਾ ਸਨ। ਸ਼ੁੱਧ ਬਾਣੀ ਕੰਠ ਸੀ। ਅਸ਼ੁੱਧ ਬਾਣੀ ਪੜਨ ਵਾਲੇ ਰਾਗੀਆਂ ਅਤੇ ਰਬਾਬੀਆਂ ਨੂੰ ਤਾਬਿਆ ਬੈਠੇ ਹੀ ਟੋਕ ਦਿਆ ਕਰਦੇ ਸਨ। ਇਹਨਾਂ ਦੇ ਘਰ ਔਲਾਦ ਨਹੀਂ ਸੀ, ਇਸ ਲਈ ਇਹਨਾਂ ਨੇ ਇੱਕ ਬਾਲਕ ਲੈ ਕੇ ਪਾਲ ਲਿਆ ਜਿਸ ਨੂੰ ਉਸਦੇ ਮਾਤਾ ਪਿਤਾ ਸ੍ਰੀ ਦਰਬਾਰ ਸਾਹਿਬ ਭੇਟਾ ਕਰ ਗਏ ਸਨ। ਇਸ ਬਾਲਕ ਦਾ ਨਾਮ ਫਤਿਹ ਸਿੰਘ ਸੀ। ਬਾਅਦ ਵਿੱਚ ਭਾਵੇਂ ਇਹਨਾਂ ਦੇ ਘਰ ਇੱਕ ਲੜਕੇ ਇੰਦਰ ਸਿੰਘ ਤੇ ਇੱਕ ਲੜਕੀ ਰਾਮ ਪਿਆਰੀ ਨੇ ਜਨਮ ਲਿਆ, ਪਰ ਮੁੱਖ ਗ੍ਰੰਥੀ ਦੀ ਪਦਵੀ ਦਾ ਵਾਰਸ ਭਾਈ ਫਤਿਹ ਸਿੰਘ ਹੀ ਬਣਿਆ। ਇਹਨਾਂ ਨੇ ਆਪਣੀ ਨਿੱਜੀ ਜਾਇਦਾਦ ਭਾਈ ਫਤਿਹ ਸਿੰਘ ਜੀ ਅਤੇ ਭਾਈ ਇੰਦਰ ਸਿੰਘ ਜੀ ਵਿੱਚ ਇੱਕੋ ਜਿਹੀ ਵੰਡ ਦਿੱਤੀ। ਇਹਨਾਂ ਨੇ ਆਪਣੇ ਹੁੰਦਿਆਂ ਹੀ
ਭਾਈ ਫਤਿਹ ਸਿੰਘ ਜੀ ਨੂੰ ਮੁੱਖ ਗ੍ਰੰਥੀ ਥਾਪ ਦਿੱਤਾ ਸੀ। ਭਾਈ ਸਾਹਿਬ ਭਾਈ ਫਤਿਹ ਸਿੰਘ ਜੀ ਮੁੱਖ ਗ੍ਰੰਥੀ। ਇਹਨਾਂ ਦਾ ਜਨਮ ਪਿੰਡ ਲੋਹਾ ਲਾਈ, ਜ਼ਿਲ੍ਹਾ ਕੈਮਲਪੁਰ, ਹੁਣ ਪਾਕਿਸਤਾਨ ਦਾ ਸੀ। ਇਹਨਾਂ ਦੇ ਮਾਤਾ ਪਿਤਾ ਸਹਿਜਧਾਰੀ ਸਿੱਖ ਸਨ। ਉਹਨਾਂ ਦੇ ਘਰ ਪੁੱਤਰ ਨਹੀਂ ਸੀ ਹੁੰਦਾ। ਆਪਣੇ ਪਹਿਲੇ ਪੁੱਤਰ ਨੂੰ ਸਿੰਘ ਸਜਾਉਣ ਤੇ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰਨ ਦੀ ਸੁਖਣਾ ਸੁਖੀ, ਜਿਸ ਦੇ ਫਲਸਰੂਪ ਉਹਨਾਂ ਦੇ ਘਰ ਪਹਿਲੇ ਪੁੱਤਰ ਨੇ ਜਨਮ ਲਿਆ। ਉਸ ਦਾ ਨਾਮ ਇਹਨਾਂ ਨੇ ਫਤਿਹ ਸਿੰਘ ਰੱਖਿਆ। ਜਦ ਬੱਚਾ 5 ਕੁ ਵਰਿਆਂ ਦਾ ਹੋਇਆ ਤਾਂ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰ ਗਏ। ਜਦ ਅਰਦਾਸੀਏ ਸਿੰਘ ਨੇ ਅਰਦਾਸ ਕੀਤੀ ਅਤੇ ਬੱਚੇ ਦੇ ਪਾਲਣ ਪੋਸ਼ਣ ਦੇ ਪ੍ਰਬੰਧ ਲਈ ਸੰਗਤ ਵਿੱਚ ਆਵਾਜ਼ ਦਿੱਤੀ ਤਾਂ ਭਾਈ ਹਰਨਾਮ ਸਿੰਘ ਜੀ ਮੁੱਖ ਗ੍ਰੰਥੀ ਸੰਗਤ ਵਿੱਚ ਖੜੇ ਹੋ ਕੇ ਕਹਿਣ ਲੱਗੇ, ਸਾਧ ਸੰਗਤ ਜੀ, ਮੇਰੇ ਘਰ ਪੁੱਤਰ ਨਹੀਂ ਹੈ। ਜੇ ਇਹ ਬੱਚਾ ਸਾਧ ਸੰਗਤ ਮੈਨੂੰ ਬਖਸ਼ ਦੇਵੇ ਤਾਂ ਮੈਂ ਆਪਣੇ ਧਨ ਭਾਗ ਸਮਝਾਂਗਾ। ਸੰਗਤ ਨੇ ਕਿਹਾ, ਤੁਹਾਨੂੰ ਇਹ ਬੱਚਾ ਇਸ ਸ਼ਰਤ ਤੇ ਮਿਲ ਸਕਦਾ ਹੈ ਕਿ ਤੁਸੀਂ ਸੰਗਤ ਨੂੰ ਲਿਖ ਕੇ ਦੇਵੋ ਕਿ ਮੇਰੇ ਬਾਅਦ ਮੇਰੀ ਸਾਰੀ ਜਾਇਦਾਦ ਅਤੇ ਮੁੱਖ ਗ੍ਰੰਥੀ ਦੀ ਪਦਵੀ ਦਾ ਇਹੋ ਹੀ ਮਾਲਕ ਹੋਵੇਗਾ। ਭਾਈ ਹਰਨਾਮ ਸਿੰਘ ਜੀ ਨੇ ਉਪਰੋਕਤ ਸ਼ਬਦ ਮੰਨ ਕੇ ਲਿਖਤ ਕਰਵਾ ਦਿੱਤੀ ਤੇ ਸੰਗਤ ਤੋਂ ਬਾਲਕ ਫਤਿਹ ਸਿੰਘ ਜੀ ਨੂੰ ਝੋਲੀ ਪਵਾ ਕੇ ਪੁੱਤਰ ਬਣਾ ਲਿਆ। ਭਾਈ ਹਰਨਾਮ ਸਿੰਘ ਜੀ ਚੂੰਕਿ ਸੈਣੀ ਖਾਨਦਾਨ ਵਿੱਚੋਂ ਸਨ, ਇਸ ਲਈ ਕਈ ਲੇਖਕਾਂ ਨੇ ਭਾਈ ਫਤਿਹ ਸਿੰਘ ਜੀ ਨੂੰ ਸੈਣੀ ਹੀ ਲਿਖ ਦਿੱਤਾ ਹੈ। ਕੁਝ ਸਮਾਂ ਪਾ ਕੇ ਭਾਈ ਹਰਨਾਮ ਸਿੰਘ ਦੇ ਆਪਣੇ ਘਰ ਇੱਕ ਪੁੱਤਰ ਇੰਦਰ ਸਿੰਘ ਤੇ ਇੱਕ ਲੜਕੀ ਰਾਮ ਪਿਆਰੀ ਨੇ ਜਨਮ ਲਿਆ। ਜਦ ਉਹ ਆਪਣੇ ਥਾਂ ਆਪਣੇ ਪੁੱਤਰ ਨੂੰ ਮੁੱਖ ਗ੍ਰੰਥੀ ਨਿਯਤ ਕਰਨ ਲੱਗਾ ਤਾਂ ਸੰਗਤ ਨੇ ਉਸ ਦੀ ਲਿਖਤ ਵਿਖਾ ਕੇ ਉਸ ਲਿਖਤ ਮੁਤਾਬਕ ਹੀ ਅਮਲ ਕਰਵਾਇਆ। ਭਾਈ ਫਤਿਹ ਸਿੰਘ ਜੀ ਨੂੰ ਮੁੱਖ ਗ੍ਰੰਥੀ ਥਾਪਿਆ ਗਿਆ ਤੇ ਜਾਇਦਾਦ ਭਾਈ ਫਤਿਹ ਸਿੰਘ ਅਤੇ ਇੰਦਰ ਸਿੰਘ ਦੋਹਾਂ ਵਿੱਚ ਇੱਕੋ ਜਿਹੀ ਵੰਡ ਦਿੱਤੀ। ਆਪ ਦਾ ਕੱਦ ਦਰਮਿਆਨਾ, ਰੰਗ ਨਿਸ਼ਚੇ ਗੋਰਾ, ਨੈਣ ਨਕਸ਼ ਤਿੱਖੇ, ਸੁਭਾਵ ਦੇ ਮਿੱਠੇ ਸਨ। ਆਪ ਯਤੀਮਖਾਨੇ ਦੇ ਇੰਚਾਰਜ ਰਹੇ, ਚੀਫ ਖਾਲਸਾ ਦੀਵਾਨ ਦੇ ਸੈਕਟਰੀ ਵੀ ਰਹੇ, ਵਿਦਿਅਕ ਕਾਨਫਰੰਸ ਵਿੱਚ ਕੀਰਤਨ ਦਰਬਾਰ ਦੇ ਜੱਜ ਸਨ। ਪਿੱਛ ਪਲਾਕ ਸ਼ਹਿਰ ਜੋ ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਦੇ ਨੇੜੇ ਹੈ ਦੇ ਜੰਪਲ ਸਨ। ਭਾਈ ਫਤਿਹ ਸਿੰਘ ਜੀ ਨੇ ਗੁਰਮਤ ਵਿੱਦਿਆ ਤੇ ਸਿੱਖੀ ਜੀਵਨ ਦੀ ਰਹਿਤ ਆਦ ਆਪਣੇ ਪਾਲਕ ਪਿਤਾ ਭਾਈ ਹਰਨਾਮ ਸਿੰਘ ਜੀ ਮੁੱਖ ਗ੍ਰੰਥੀ ਪਾਸੋਂ ਹੀ ਸਿੱਖੀ ਸੀ। ਆਪ ਇੱਕ ਚੰਗੇ ਵਿਦਵਾਨ ਵੀ ਸਨ। ਚੀਫ ਖਾਲਸਾ ਦੀਵਾਨ ਅਤੇ ਸਿੱਖ ਵਿਦਿਅਕ ਕਮੇਟੀ ਦੇ ਵੀ ਕਾਫੀ ਸਮਾਂ ਆਪ ਮੈਂਬਰ ਰਹੇ ਅਤੇ ਧਰਮ ਪ੍ਰਚਾਰ ਵਿੱਚ ਬੜੀ ਸਰਗਰਮੀ ਨਾਲ ਕੰਮ ਕੀਤਾ। ਇਹਨਾਂ ਦੀ ਸ਼ਹਿਰ ਤੋਂ ਬਾਹਰ ਮਾਲ ਰੋਡ ਤੇ ਕੋਠੀ ਸੀ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਬਹੁਤ ਸਾਰੀ ਜਾਇਦਾਦ ਜਿਵੇਂ ਕਿ ਜ਼ਮੀਨ, ਖੂਹ ਗ੍ਰੰਥੀਆਂ, ਦੁਕਾਨਾਂ ਤੇ ਮਕਾਨ ਆਦਿ ਉਹਨਾਂ ਦੇ ਜਾਂ ਗੱਦੀ ਦੇ ਨਾਮ ਸਨ, ਜਿਸ ਦੇ ਇੱਕੋ ਇੱਕ ਉਹ ਹੀ ਮਾਲਕ ਸਨ। ਅੰਮ੍ਰਿਤ ਵੇਲੇ ਅਤੇ ਸਮਾਪਤੀ ਵੇਲੇ ਦੋਵੇਂ ਸਮੇਂ ਆਪ ਹੀ ਮਹਾਵਾਕ ਸੁਣਾਇਆ ਕਰਦੇ ਸਨ। ਕੋਠੀ ਚੋਂ ਕਾਰ ਵਿੱਚ ਆਉਂਦੇ ਤੇ ਕਾਰ ਦੇ ਨਾਲ 2 ਘੋੜਿਆਂ ਦੀ ਬੱਗੀ ਇਸ ਲਈ ਆਉਂਦੀ ਕਿ ਮਤਾ ਕਾਰ ਖਰਾਬ ਹੋ ਜਾਵੇ। ਉਸ ਸੂਰਤ ਵਿੱਚ ਕਾਰ ਤੋਂ ਉਤਰ ਕੇ ਬੱਗੀ 'ਚ ਬੈਠ ਜਾਂਦੇ, ਜਿਸ ਕਰਕੇ ਡਿਊਟੀ ਤੇ ਸਮੇਂ ਸਿਰ ਪੁੱਜ ਜਾਂਦੇ। 1925 ਈਸਵੀ ਵਿੱਚ ਗੁਰਦੁਆਰਾ ਐਕਟ ਬਣ ਜਾਣ ਤੋਂ ਬਾਅਦ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸਕ ਗੁਰਦੁਆਰਿਆਂ ਉੱਪਰ ਮੁਕੰਮਲ ਕਬਜ਼ਾ ਹੋ ਗਿਆ ਤਾਂ ਆਪ ਨੇ ਕਮੇਟੀ ਨੂੰ ਪੂਰਾ ਸਹਿਯੋਗ ਦੇ ਕੇ ਆਪਣੇ ਨਾਮ ਜਾਂ ਗੱਦੀ ਦੇ ਨਾਮ ਜੋ ਜਾਇਦਾਦ ਸ੍ਰੀ ਦਰਬਾਰ ਸਾਹਿਬ ਦੀ ਸੀ ਉਹ ਸਾਰੀ ਦੀ ਸਾਰੀ ਖੁਸ਼ੀ ਕਮੇਟੀ ਦੇ ਨਾਮ ਕਰਵਾ ਦਿੱਤੀ, ਜਿਸ ਦੇ ਇਵਜ਼ ਵਿੱਚ ਕਮੇਟੀ ਨੇ ਆਪਣੇ ਵੱਲੋਂ ਭਾਈ ਫਤਿਹ ਸਿੰਘ ਜੀ ਅਤੇ ਉਹਨਾਂ ਦੀ ਪਤਨੀ ਹਰਬੰਸ ਕੌਰ ਨੂੰ 200 ਰੁਪਏ ਮਾਹਵਾਰ ਦੇਣੇ ਮੰਨ ਲਏ ਅਤੇ ਪੱਕਾ ਲਿਖਾ ਕਰ ਦਿੱਤਾ। ਜੋ ਦੋਹਾਂ ਨੂੰ ਤਾਂ ਸਾਰੀ ਜ਼ਿੰਦਗੀ ਪੈਨਸ਼ਨ ਵਾਂਗ ਮਿਲਦੇ ਰਹੇ। ਇਹਨਾਂ ਦੇ ਅੱਗੋਂ ਔਲਾਦ ਨਹੀਂ ਹੋਈ। ਇਹਨਾਂ ਦੀ ਸੁਪਤਨੀ ਬੀਬੀ ਹਰਬੰਸ ਕੌਰ 1960 ਦੇ ਨੇੜੇ ਤੇੜੇ ਸਰੀਰ ਤਿਆਗ ਗਈ। ਉਹ ਦਿੱਲੀ ਰਹਿੰਦੀ ਸੀ। ਜਿੰਨਾ ਸਮਾਂ ਉਹ ਬਤੌਰ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਰਹੇ, ਉਨਾ ਚਿਰ ਉਹਨਾਂ ਨੂੰ ਕਮੇਟੀ ਵੱਲੋਂ 150 ਰੁਪਏ ਮਾਹਵਾਰ ਸੇਵਾ ਫਲ ਮਿਲਦਾ ਰਿਹਾ। ਇਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੀ ਹੋਈ ਹੈ। ਇਹਨਾਂ ਦੀ ਬਿਰਧ ਅਵਸਥਾ ਦੀ ਤਸਵੀਰ ਯਤੀਮਖਾਨੇ ਵਿੱਚ ਲੱਗੀ ਹੋਈ ਹੈ। 1929 ਈਸਵੀ ਵਿੱਚ ਆਪ ਸੇਵਾ ਤੋਂ ਅਸਤੀਫਾ ਦੇ ਗਏ। ਭਾਈ ਫਤਿਹ ਸਿੰਘ ਜੀ ਦਾ ਸੁਭਾਅ ਬੜਾ ਮਿੱਠਾ, ਨਿਮਰਤਾ ਭਰਿਆ ਅਤੇ ਮਿਲਨਸਾਰ ਸੀ। ਉਹਨਾਂ ਦੇ ਜਾਣੂ ਸਭ ਲੋਕ ਉਹਨਾਂ ਦੀ ਹੁਣ ਤੱਕ ਸਿਫਤ ਕਰਦੇ ਹਨ। ਇਹਨਾਂ ਦੇ ਸਮੇਂ ਭਾਈ ਪ੍ਰਤਾਪ ਸਿੰਘ ਤੇ ਭਾਈ ਗੁਰਬਚਨ ਸਿੰਘ ਗ੍ਰੰਥੀ ਸਨ। ਭਾਈ ਪ੍ਰਤਾਪ ਸਿੰਘ ਬ੍ਰਾਹਮਣ ਸਨ ਤੇ ਇਹ ਪੁੰਛ ਦੇ ਇਲਾਕੇ ਦੇ ਸਨ। ਇਹਨਾਂ ਦੇ 2 ਭਰਾ ਧਰਮ ਸਿੰਘ ਤੇ ਕਰਮ ਸਿੰਘ ਚੌਰ ਬਰਦਾਰ ਸਨ।
इन्हां दे सब तो वड्डे भाई हीरा सिंह जी सन, जो इन्हां तो पहिलां ग्रंथी सन। मर्यादा नियुक्ति ग्रंथी साहिब श्री हरमंदर साहिब। श्री हरमंदर साहिब श्री ਅੰਮ੍ਰਿਤਸਰ जी ਦੇ ग्रंथी साहिब ਦੀ ਅਸਾਮੀ ਨੂੰ ਭਰਨ ਲਈ ਹੇਠ ਲਿਖਿਆ ਤਰੀਕਾ ਵਰਤਿਆ ਜਾਂਦਾ ਹੈ। ਇਹ ਤਰੀਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਸ਼ੁਰੂ ਹੋਇਆ। ਉਹ ਤਰੀਕਾ ਇਸ ਤਰ੍ਹਾਂ ਹੈ। ਖਾਲੀ ਹੋਈ ਅਸਾਮੀ ਲਈ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਜਾਂਦਾ ਹੈ ਕਿ ਉਹ ਇਸ ਖਾਲੀ ਅਸਾਮੀ ਲਈ ਸਿਫਾਰਸ਼ਾਂ ਮੰਗੇ। ਕਮੇਟੀ ਅੱਗੋਂ ਇੱਕ ਸਰਕੂਲਰ ਭੇਜਦੀ ਹੈ ਜਿਸ ਵਿੱਚ ਸ਼੍ਰੀ ਹਰਮੰਦਰ ਸਾਹਿਬ ਵਿੱਚ ਨਿਯੁਕਤ ਕਰਨ ਹਿਤ ਯੋਗ ਵਿਦਵਾਨ ਸੱਜਣ ਦੀ ਸਿਫਾਰਿਸ਼ ਕਰਨ ਹਿਤ ਲਿਖਿਆ ਜਾਂਦਾ ਹੈ। ਗ੍ਰੰਥੀ ਸਿੰਘ ਦੀਆਂ ਇਹ ਯੋਗਤਾਵਾਂ ਲਿਖੀਆਂ ਹੁੰਦੀਆਂ ਹਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀ ਬਾਣੀ, ਗੁਰਪ੍ਰਤਾਪ ਸੂਰਜ ਅਤੇ ਸ਼੍ਰੀ ਗੁਰਪੰਥ ਪ੍ਰਕਾਸ਼ ਆਦਿ ਪ੍ਰਸਿੱਧ ਗੁਰ ਇਤਿਹਾਸਕ ਗ੍ਰੰਥਾਂ ਦੀ ਚੰਗੀ ਤਰ੍ਹਾਂ ਵਿਆਖਿਆ ਕਰ ਸਕਦਾ ਹੋਵੇ, ਕਥਾ ਤੇ ਲੈਕਚਰ ਕਰਨ ਵਿੱਚ ਪ੍ਰਬੀਨ ਹੋਵੇ, ਦਦਾਰੀ ਹੋਵੇ, ਅੰਮ੍ਰਿਤ ਧਾਰੀ ਤੇ ਰਹਿਤ ਵਿੱਚ ਪਰਪੱਕ ਹੋਵੇ ਆਦਿ, ਪਰ ਅੰਗ ਭੰਗ ਨਾ ਹੋਵੇ। ਇਹ ਸਰਕੂਲਰ ਅਕਾਲੀ ਜਥਿਆਂ, ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ, ਸਿੱਖ ਸੰਪਰਦਾਵਾਂ ਜਿਵੇਂ ਕਿ ਉਦਾਸੀ, ਨਿਰਮਲੇ, ਸੇਵਾ ਪੰਥੀ, ਨਿਹੰਗ ਸਿੰਘ ਤੇ ਸੰਸਥਾਵਾਂ ਨੂੰ ਭੇਜਿਆ ਜਾਂਦਾ ਹੈ। ਉਹਨਾਂ ਉਪਰੋਕਤ ਸੰਸਥਾਵਾਂ ਵੱਲੋਂ ਆਈਆਂ ਸਿਫਾਰਸ਼ਾਂ ਵਾਲੇ ਵਿਅਕਤੀਆਂ ਨੂੰ ਨਿਸ਼ਚਿਤ ਤਾਰੀਖ ਤੇ ਪ੍ਰੀਖਿਆ ਤੇ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ। ਪ੍ਰੀਖਿਆ ਤੇ ਇੰਟਰਵਿਊ ਲੈਣ ਵਾਲਾ ਬੋਰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਗ੍ਰੰਥੀ ਸਾਹਿਬਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਨਿਰਭਰ ਹੁੰਦਾ ਹੈ। ਇੰਟਰਵਿਊ ਵਿੱਚ ਅਵਲ ਆਏ ਉਮੀਦਵਾਰ ਵਿਅਕਤੀ ਨੂੰ ਇਸ ਅਸਾਮੀ ਲਈ ਯੋਗ ਕਰਾਰ ਦੇ ਕੇ ਬੋਰਡ ਆਪਣੀ ਰਿਪੋਰਟ ਕਮੇਟੀ ਨੂੰ ਭੇਜ ਦਿੰਦਾ ਹੈ। ਉਸ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਉਸ ਗ੍ਰੰਥੀ ਸਿੰਘ ਦੀ ਨਿਯੁਕਤੀ ਦਾ ਮਤਾ ਪਾਸ ਕਰ ਦਿੰਦੀ ਹੈ ਅਤੇ ਮਤੇ ਦੀਆਂ ਨਕਲਾਂ ਮੁੱਖ ਗ੍ਰੰਥੀ ਸਾਹਿਬ ਅਤੇ ਮੈਨੇਜਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਨੂੰ ਯੋਗ ਕਾਰਵਾਈ ਹਿੱਤ ਭੇਜ ਦਿੰਦੀ ਹੈ। ਮੁੱਖ ਗ੍ਰੰਥੀ ਸਾਹਿਬ ਵੱਲੋਂ ਨਵੇਂ ਗ੍ਰੰਥੀ ਦੀ ਗੱਦੀ ਨਸ਼ੀਨੀ ਦੀ ਰਸਮ ਦੀ ਤਾਰੀਖ ਨਿਯਤ ਕਰਕੇ ਮੈਨੇਜਰ ਸਾਹਿਬ ਨੂੰ ਭੇਜ ਦਿੱਤੀ ਜਾਂਦੀ ਹੈ। ਮੈਨੇਜਰ ਸਾਹਿਬ ਇੱਕ ਇਸ਼ਤਿਹਾਰ ਤੇ ਇੱਕ ਚਿੱਠੀ ਛਾਪਦਾ ਹੈ। ਚਿੱਠੀ ਸ਼ਹਿਰ ਦੇ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਡੇਰਿਆਂ ਤੇ ਧਾਰਮਿਕ ਪ੍ਰਤਿਸ਼ਠ ਵਿਅਕਤੀਆਂ ਨੂੰ ਭੇਜੀ ਜਾਂਦੀ ਹੈ ਤੇ ਇਸ਼ਤਿਹਾਰ ਸ਼ਹਿਰ ਦੇ ਮੁੱਖ ਗੁਰਦੁਆਰਿਆਂ ਵਿੱਚ ਲਗਾ ਦਿੱਤੇ ਜਾਂਦੇ ਹਨ ਤੇ ਅਖਬਾਰਾਂ ਵਿੱਚ ਛਪਣ ਹਿੱਤ ਭੇਜ ਦਿੱਤੇ ਜਾਂਦੇ ਹਨ। ਨਿਯਤ ਦਿਨ ਨੂੰ ਸੁਬਾਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਸਾ ਜੀ ਦੀ ਵਾਰ ਦੇ ਭੋਗ ਉਪਰੰਤ ਸੁਬਾਹ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਵਿਸ਼ੇਸ਼ ਦੀਵਾਨ ਸਜਾਇਆ ਜਾਂਦਾ ਹੈ। ਕੁਝ ਸਮਾਂ ਰਾਗੀ ਸਿੰਘ ਕੀਰਤਨ ਕਰਦੇ ਹਨ। ਇਸੇ ਦੌਰਾਨ ਨਵਾਂ ਨਿਯੁਕਤ ਹੋਇਆ ਗ੍ਰੰਥੀ ਸਿੰਘ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਅਤੇ ਮੁੱਖ ਗ੍ਰੰਥੀ ਸਾਹਿਬ ਦੇ ਨਾਲ ਕੜਾਹ ਪ੍ਰਸ਼ਾਦ ਤੇ ਮਾਇਆ ਭੇਟ ਲੈ ਕੇ ਹਜ਼ੂਰੀ ਵਿੱਚ ਪਹੁੰਚ ਜਾਂਦਾ ਹੈ। ਕੀਰਤਨ ਦੀ ਸਮਾਪਤੀ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਹੋਏ ਮਤੇ ਅਨੁਸਾਰ ਨਵੇਂ ਗ੍ਰੰਥੀ ਸਿੰਘ ਦੀ ਨਿਯੁਕਤੀ ਬਾਰੇ ਐਲਾਨ ਕਰਦੇ ਹਨ ਅਤੇ ਇੱਕ ਸਿਰੋਪਾਓ ਅਤੇ ਸਿਹਰਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਵੇਂ ਗ੍ਰੰਥੀ ਸਿੰਘ ਨੂੰ ਬਖਸ਼ਿਆ ਜਾਂਦਾ ਹੈ। ਫਿਰ ਮੁੱਖ ਗ੍ਰੰਥੀ ਸ਼੍ਰੀ ਹਰਮੰਦਰ ਸਾਹਿਬ ਗ੍ਰੰਥੀ ਸਿੰਘਾਂ ਦੀ ਪਰੰਪਰਾ ਤੇ ਇਤਿਹਾਸ, ਪਦਵੀ ਦੀ ਉੱਚਤਾ ਅਤੇ ਗ੍ਰੰਥੀ ਸਿੰਘ ਦੇ ਫਰਜ਼ਾਂ ਬਾਰੇ ਰੋਸ਼ਨੀ ਪਾਉਂਦੇ ਹਨ ਤੇ ਨਵੇਂ ਗ੍ਰੰਥੀ ਸਿੰਘ ਦੇ ਜੀਵਨ ਤੇ ਯੋਗਤਾਵਾਂ ਤੋਂ ਸੰਗਤ ਨੂੰ ਜਾਣੂ ਕਰਾਉਂਦੇ ਹਨ ਤੇ ਨਵੇਂ ਗ੍ਰੰਥੀ ਸਿੰਘ ਦੀ ਨਿਯੁਕਤੀ ਦੀ ਮੁੱਖ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਦੇ ਹਨ। ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਸੁਣ ਕੇ ਫਿਰ ਪਹਿਲਾਂ ਮੁੱਖ ਗ੍ਰੰਥੀ ਸਾਹਿਬ ਤੇ ਗ੍ਰੰਥੀ ਸਾਹਿਬਾਨ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਵੱਲੋਂ ਇੱਕ ਦਸਤਾਰ ਤੇ ਸਿਹਰਾ ਬਖਸ਼ਦੇ ਹਨ। ਫਿਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ, ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ ਤੇ ਸ਼ਹਿਰ ਦੇ ਨਿਰਮਲੇ, ਸੇਵਾ ਪੰਥੀ, ਨਿਹੰਗ ਸਿੰਘਾਂ ਤੇ ਉਦਾਸੀ ਸੰਤਾਂ ਦੇ ਡੇਰਿਆਂ ਵੱਲੋਂ ਦਸਤਾਰਾਂ, ਮਾਇਆ ਤੇ ਸਿਹਰੇ ਭੇਟ ਕੀਤੇ ਜਾਂਦੇ ਹਨ। ਨਾਲ ਕੜਾਹ ਪ੍ਰਸ਼ਾਦ ਵਰਤਦਾ ਰਹਿੰਦਾ ਹੈ। ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਮੁੱਖ ਗ੍ਰੰਥੀ ਸਾਹਿਬ ਤੇ ਗ੍ਰੰਥੀ ਸਾਹਿਬਾਨ ਨਵੇਂ ਨਿਯੁਕਤ ਹੋਏ ਗ੍ਰੰਥੀ ਸਿੰਘ ਨੂੰ ਨਾਲ ਲੈ ਕੇ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਪਹੁੰਚਦੇ ਹਨ। ਪਿੱਛੋਂ ਸਾਰੀਆਂ ਸੰਸਥਾਵਾਂ ਦੇ ਮੁਖੀ ਤੇ ਸੰਗਤਾਂ ਪੁੱਜਦੀਆਂ ਹਨ। ਨਵਾਂ ਗ੍ਰੰਥੀ ਸਿੰਘ ਆਪਣੇ ਵੱਲੋਂ ਕੜਾਹ ਪ੍ਰਸ਼ਾਦ ਤੇ ਗੋਲਕ ਲਈ ਮਾਇਆ ਭੇਟ ਕਰਦਾ ਹੈ। ਉਸ ਨੂੰ ਸ਼੍ਰੀ ਦਰਬਾਰ ਸਾਹਿਬ ਵੱਲੋਂ ਸਿਰੋਪਾਓ ਬਖਸ਼ਿਆ ਜਾਂਦਾ ਹੈ।
कीर्तन बंद हो जाता है तो श्री हरमंदर साहिब जी का मुखी अरदासिया सिंह स्पैशल अरदास करता है। उस समय मुख ग्रंथी साहिब श्री गुरु ग्रंथ साहिब जी की ताबिया हुंदे हन। अरदास उपरंत मुख ग्रंथी साहिब नवें ग्रंथी साहिब नूं ताबिया गद्दी ते खड़े होके चौर पकड़ाउंदे ते ताबिया गद्दी ते बिठाउंदे हन। यह गद्दी नशीनी दी रस्म बाबा बुड्ढा जी दे समय चली आउंदी है। फिर नवां ग्रंथी सिंह श्री गुरु ग्रंथ साहिब जी का स्पैशल महावाक संगतां नूं सुणाउंदा है। यह अरदास ते वाक नवें ग्रंथी सिंह की नियुक्ति समय आम रोजाना की मर्यादा तो वखरा स्पैशल प्रोग्राम हुंदा है। उपरंत सारी संगत समेत जथेदार श्री अकाल तख्त साहिब अते श्री हरमंदर साहिब दे मुख ग्रंथी साहिब अते सारे ग्रंथी साहिबान गुरुद्वारा बाबा अटल राय साहिब की यात्रा करते हैं। नवें ग्रंथी सिंह वल्लों कड़ाह प्रसाद भेट हुंदा है ते अरदास करके महावाक लिया जाता है ते कड़ाह प्रसाद वरताया जाता है। इयों यह समागम संपूर्ण हुंदा है। श्री हरमंदर साहिब दे ग्रंथी सिंह नूं सिंह साहिब दे लकब नाल लिखिया ते बोलिया जाता है। यह परंपरा श्रोमणी गुरुद्वारा प्रबंधक कमेटी दे वजूद विच आउण तों शुरू होई। पहला ग्रंथी सिंह नूं भाई साहिब कहा ते लिखिया जाता सी। श्री हरमंदर साहिब दे तुल होर कोई गुर अस्थान ना होण दे कारण ग्रंथी सिंह दा किसे होर गुर अस्थान विखे तबादला नहीं हुंदा। कुछ बज्जर दोषां नूं अदालतां राहीं सिद्ध कीते तो बिना ग्रंथी सिंह नूं सेवा तो मुक्त नहीं किया जा सकता। जिन्हां दोषां दा जिक्र गुरुद्वारा एक्ट दी धारा 134 135 च दर्ज है। बजुर्ग पदवी होण करके सेवा दे आरंभ समय उम्र 40 साल तो घट नहीं होनी चाहिए अते घट्टो घट 70 साल की उम्र तक सेवा जारी रहनी चाहिए है। मुख ग्रंथी साहिब की रिटायरमेंट तो बाद सीनियर ग्रंथी नूं श्री हरमंदर साहिब का मुख ग्रंथी साहिब नियत किया जाता है। यह परंपरा श्रोमणी गुरुद्वारा प्रबंधक कमेटी के होंद विच आउण दे समय तो चली आउंदी है अते अग्गों यह मर्यादा कायम रहनी चाहिए है। सिंह साहिब ज्ञानी करतार सिंह जी मुख ग्रंथी। इन्हां दा जन्म पिंड कलासवाड़ा जिला गुरदासपुर विच होया जद 1925 ईस्वी विच गुरुद्वारा एक्ट बन के सारे इतिहासक गुरुद्वारियां दे प्रबंध दे नाल श्री दरबार साहिब दा प्रबंध भी श्रोमणी गुरुद्वारा प्रबंधक कमेटी दे अधीन हो गया तां भाई फतेह सिंह जी मुख ग्रंथी ते भाई गुरबचन सिंह जी ग्रंथी तां कमेटी दे प्रबंध नाल सहमत हो गए, पर भाई प्रताप सिंह जी सहमत ना होए ते अरदास करके अस्तीफा दे गए ते कमेटी वल्लों भाई प्रताप सिंह जी दी थां भाई करतार सिंह जी नूं ग्रंथी मुकरर कर दिता गया। भाई गुरबचन सिंह जी बीमार होकर शरीर छड्ड गया। उस तो बाद उन्हां दी थां कुछ समा भाई गुरदत्त सिंह जी ग्रंथी रहे। इस समय एक होर ग्रंथी की लोड़ महसूस हुई तां भाई लाभ सिंह जी नूं ग्रंथी नियत किया गया। यों हुण 4 ग्रंथी सिंह हो गए। भाई गुरदत्त सिंह जी लुधियाने जिले दे सन। कुछ समय बाद बीमार होके यह भी शरीर छड्ड गए। ज्ञानी करतार सिंह जी इस तो पहला 47 नंबर सिख पलटन विच बतौर ग्रंथी सेवा करते रहे सन अते पंजाबी दीआं बैंतां विच सिख इतिहास संबंधी कविता भी लिखते सन। 1929 ईस्वी विच भाई फतेह सिंह जी जद अपनी पदवी तो अस्तीफा दे गए तां ज्ञानी करतार सिंह जी नूं सीनियर होण दे नाते मुख ग्रंथी थाप दिता गया। इन्हां दे समय इन्हां नाल भाई लाभ सिंह जी अते भाई ठाकुर सिंह जी 2 ग्रंथी सन। भाई ठाकुर सिंह जी 1927 ईस्वी विच नवे ग्रंथी नियत होए। आप पंजाबी बैंतां लिखण विच बड़ी मुहारत रखते सन। इन्हां दीआं लिखियां पुस्तकां दसमेश प्रकाश, बंदा बहादुर, सिदक खालसा, तेग खालसा ते राज खालसा बड़े ही प्रसिद्ध हैं। जद लोग सत्थां विच बैठ के यह पुस्तकां पढ़ते सन तां अकाली लहर समेत सरकार विरोधी जोश फैलदा सी। दर्जन दे लगभग सिख इतिहासक पुस्तकां इन्हां दीआं लिखियां छपियां मिलदियां हन। पंजाब दे लोक कवियां विच आप दा बहुत उच्चा स्थान है। आप दे कविता दे उस्ताद सुंदर सिंह सखोवाल जिला गुरदासपुर छिबे सिख हन। उन्हां दा पुत्र उत्तम सिंह सी। सुंदर सिंह दा कविता विच लिखिया ग्रंथ खड़ग हुलास छपिया मिलदा है। ज्ञानी करतार सिंह जी शाम दे वक्त गुरुद्वारा मंजी साहिब विखे श्री गुरु प्रताप सूरज ग्रंथ की कथा भी काफी समा करते रहे। आप दी कथा विच बड़ा रस सी।
1937 ਈਸवी ਵਿੱਚ ਆਪ ਨੂੰ ਸੇਵਾ ਤੋਂ ਰਿਟਾਇਰ ਕਰਕੇ ਕੇਵਲ ਕਥਾਵਾਚਕ ਦੇ ਤੌਰ ਤੇ ਰੱਖ ਲਿਆ ਗਿਆ, ਜਿਸ ਕਰਕੇ ਆਪ ਮੰਜੀ ਸਾਹਿਬ ਸ੍ਰੀ ਗੁਰੂ ਪ੍ਰਤਾਪ ਸੂਰਜ ਦੀ ਕਥਾ ਕਰਦੇ ਰਹੇ। ਕੁਝ ਸਮਾਂ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਤੌਰ ਰਿਸਰਚ ਸਕਾਲਰ ਰੱਖ ਕੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਸੁਧਾਈ ਦੇ ਕੰਮ ਤੇ ਲਾਇਆ, ਪਰ ਆਪ ਇਸ ਕਾਰਜ ਨੂੰ ਪੂਰਾ ਨਾ ਕਰ ਸਕੇ ਤੇ ਸਰੀਰ ਤਿਆਗ ਗਏ। ਸਿੰਘ ਸਾਹਿਬ ਗਿਆਨੀ ਲਾਭ ਸਿੰਘ ਜੀ ਮੁੱਖ ਗ੍ਰੰਥੀ। ਆਪ ਦਾ ਜਨਮ ਲਗਭਗ 1880 ਈਸਵੀ ਨੂੰ ਪਿੰਡ ਬਿਸ਼ਨਦੌਰ, ਜ਼ਿਲ੍ਹਾ ਜੇਹਲਮ, ਪਾਕਿਸਤਾਨ ਵਿੱਚ ਪਿਤਾ ਸਰਦਾਰ ਸ਼ੇਰ ਸਿੰਘ ਦੇ ਘਰ ਹੋਇਆ। ਆਪ ਨੇ ਗੁਰਮਤਿ ਵਿੱਦਿਆ ਅੰਮ੍ਰਿਤਸਰ ਵਿੱਚ ਹੀ ਰਹਿ ਕੇ ਪ੍ਰਾਪਤ ਕੀਤੀ। ਜੈਤੋ ਦੇ ਮੋਰਚੇ ਵਿੱਚ 500 ਸਿੰਘਾਂ ਦੇ ਪਹਿਲੇ ਜਥੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨਾਲ ਬਤੌਰ ਗ੍ਰੰਥੀ ਸਨ, ਜੋ ਜਥਾ 21 ਫਰਵਰੀ 1924 ਈਸਵੀ ਨੂੰ ਜੈਤੋ ਪੁੱਜਾ, ਜਿਸ ਜਥੇ ਉੱਪਰ ਅੰਗਰੇਜ਼ ਸਰਕਾਰ ਵੱਲੋਂ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾਈਆਂ ਗਈਆਂ, ਜਿਸ ਕਰਕੇ 100 ਸਿੰਘ ਸ਼ਹੀਦ ਤੇ 200 ਸਿੰਘ ਜ਼ਖਮੀ ਹੋਏ। ਆਪ ਉਸ ਜਥੇ ਨਾਲ ਜੈਤੋ ਵਿੱਚ ਕੈਦ ਵੀ ਰਹੇ। 1926 ਈਸਵੀ ਵਿੱਚ ਭਾਈ ਫਤਿਹ ਸਿੰਘ ਜੀ ਮੁੱਖ ਗ੍ਰੰਥੀ ਸਨ, ਜਦਕਿ ਗਿਆਨੀ ਕਰਤਾਰ ਸਿੰਘ ਤੇ ਭਾਈ ਗੁਰਦਿੱਤ ਸਿੰਘ ਜੀ 2 ਗ੍ਰੰਥੀ ਸਨ। ਉਸ ਸਮੇਂ ਇੱਕ ਹੋਰ ਗ੍ਰੰਥੀ ਦੀ ਲੋੜ ਮਹਿਸੂਸ ਹੋਈ ਤੇ ਭਾਈ ਲਾਭ ਸਿੰਘ ਨੂੰ ਗ੍ਰੰਥੀ ਨਿਯਤ ਕੀਤਾ ਗਿਆ। ਇਸ ਤਰ੍ਹਾਂ ਕੁੱਲ 4 ਗ੍ਰੰਥੀ ਹੋ ਗਏ। ਪਰ ਸ਼ਹੀਦੀ ਯਾਤਰਾ ਅਥਵਾ ਸਾਕਾ ਜੇਤੋ ਨਾਭਾ ਪੁਸਤਕ ਦੇ ਲੇਖਕ ਜਥੇਦਾਰ ਊਧਮ ਸਿੰਘ ਜੀ ਵਰਪਾਲ, ਜੋ ਜੈਤੋ ਨੂੰ ਜਾਣ ਵਾਲੇ ਪਹਿਲੇ 500 ਸਿੰਘਾਂ ਦੇ ਸ਼ਹੀਦੀ ਜਥੇ ਦੇ ਜਥੇਦਾਰ ਸਨ, ਉਕਤ ਪੁਸਤਕ ਵਿੱਚ ਭਾਈ ਲਾਭ ਸਿੰਘ ਨੂੰ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਲਿਖਦੇ ਹਨ। 1928 ਈਸਵੀ ਵਿੱਚ ਰਾਧਾ ਸੁਆਮੀ ਮੱਤ ਦੇ ਪ੍ਰਚਾਰ ਦੇ ਮੁਕਾਬਲੇ ਤੇ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਵਿੱਚ ਭਾਈ ਲਾਭ ਸਿੰਘ ਜੀ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਰਾਧਾ ਸੁਆਮੀ ਮੱਤ ਦੇ ਢੋਲ ਦਾ ਪੋਲ ਚੰਗੀ ਤਰ੍ਹਾਂ ਖੋਲਦੇ ਰਹੇ। ਬਾਹਰੋਂ ਸੰਗਤਾਂ ਦੀ ਮੰਗ ਤੇ ਵੀ ਕਮੇਟੀ ਵੱਲੋਂ ਭਾਈ ਲਾਭ ਸਿੰਘ ਜੀ ਨੂੰ ਗੁਰਮਤਿ ਪ੍ਰਚਾਰ ਹਿੱਤ ਭੇਜਿਆ ਜਾਂਦਾ ਸੀ। ਆਪ ਗੁਰਮਤਿ ਦੇ ਮਹਾਨ ਵਿਦਵਾਨ, ਚੰਗੇ ਵਕਤਾ ਤੇ ਕਥਾਵਾਚਕ ਸਨ। ਗਿਆਨੀ ਕਰਤਾਰ ਸਿੰਘ ਜੀ 1937 ਈਸਵੀ ਵਿੱਚ ਰਿਟਾਇਰ ਹੋ ਗਏ। ਉਹਨਾਂ ਦੀ ਥਾਂ ਆਪ ਨੂੰ ਮੁੱਖ ਗ੍ਰੰਥੀ ਥਾਪਿਆ ਗਿਆ। ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸਮੇਂ ਆਪ ਚੀਫ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਦੇ ਵੀ ਇੰਚਾਰਜ ਰਹੇ। 1 ਅਕਤੂਬਰ 1940 ਨੂੰ ਆਪ ਰਿਟਾਇਰ ਹੋ ਗਏ। ਇਹਨਾਂ ਨੂੰ ਵਿਦਾਇਗੀ ਸਮੇਂ ਸ੍ਰੀ ਦਰਬਾਰ ਸਾਹਿਬ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸਜੇ ਦੀਵਾਨ ਵਿੱਚ ਸਿਰੋਂ ਪਾਓ ਤੇ ਇੱਕ ਸ੍ਰੀ ਸਾਹਿਬ ਭੇਟ ਕੀਤੀ ਗਈ। ਉਹ ਸ੍ਰੀ ਸਾਹਿਬ ਉੱਪਰ ਇਹ ਅੱਖਰ ਉਕਰੇ ਹੋਏ ਹਨ। ਇਹ ਸ੍ਰੀ ਸਾਹਿਬ ਸ੍ਰੀ ਦਰਬਾਰ ਸਾਹਿਬ ਕਮੇਟੀ ਵੱਲੋਂ ਭਾਈ ਸਾਹਿਬ ਭਾਈ ਲਾਭ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੂੰ ਸਿਰੋਂ ਪਾਓ ਵਜੋਂ 1/10/40 ਨੂੰ ਵਿਦਾਇਗੀ ਸਮੇਂ ਦਿੱਤੀ ਗਈ। ਆਪ ਦੇ ਮੁੱਖ ਗ੍ਰੰਥੀ ਕਾਲ ਵਿੱਚ ਆਪ ਨਾਲ ਭਾਈ ਠਾਕੁਰ ਸਿੰਘ ਜੀ ਅਤੇ ਮਹੰਤ ਮੂਲ ਸਿੰਘ ਜੀ 2 ਹੀ ਗ੍ਰੰਥੀ ਸਾਹਿਬ ਸੇਵਾ ਨਿਭਾਉਂਦੇ ਰਹੇ। 2 ਜੂਨ 1943 ਈਸਵੀ ਨੂੰ ਆਪ ਆਪਣਾ 5 ਭੌਤਿਕ ਸਰੀਰ ਤਿਆਗ ਗਏ। ਸੰਸਕਾਰ ਸਮੇਂ ਮਹੰਤ ਮੂਲ ਸਿੰਘ ਜੀ ਮੁੱਖ ਗ੍ਰੰਥੀ ਤੇ ਸਟਾਫ ਸ੍ਰੀ ਦਰਬਾਰ ਸਾਹਿਬ ਅਰਥੀ ਨਾਲ ਗਿਆ। ਇਹਨਾਂ ਦੀ ਮ੍ਰਿਤਕ ਦੇ ਉੱਪਰ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਦੁਸ਼ਾਲਾ ਪਾਇਆ ਗਿਆ। ਇਹਨਾਂ ਦਾ ਇੱਕ ਲੜਕਾ ਅੰਮ੍ਰਿਤਸਰ ਤੇ ਦੂਜਾ ਬੰਬਈ ਰਹਿੰਦਾ ਹੈ। ਸਿੰਘ ਸਾਹਿਬ ਗਿਆਨੀ ਠਾਕੁਰ ਸਿੰਘ ਜੀ ਗ੍ਰੰਥੀ। ਪਿਤਾ ਸਰਦਾਰ ਨੌਰੰਗ ਸਿੰਘ ਦੇ ਘਰ ਆਪ ਜੀ ਦਾ ਜਨਮ ਲਗਭਗ 1881 ਈਸਵੀ ਵਿੱਚ ਹੋਇਆ। 31 ਸਾਲ ਦੀ ਉਮਰ ਤੱਕ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ। 1912 ਈਸਵੀ ਤੋਂ ਸੇਵਾ ਪੰਥੀ ਸੰਪਰਦਾਇ ਦੇ ਮਹਾਪੁਰਖ ਸੰਤ ਬਾਬਾ ਸ਼ਾਮ ਸਿੰਘ ਜੀ ਡੇਰਾ ਆਟਾ ਮੰਡੀ ਅੰਮ੍ਰਿਤਸਰ ਦੇ ਸੇਵਕ ਤੇ ਵਿਦਿਆਰਥੀ ਰਹੇ। ਗੁਰਬਾਣੀ, ਗੁਰ ਇਤਿਹਾਸ ਤੇ ਹੋਰ ਗੁਰਮਤਿ ਵਿੱਦਿਆ ਆਪ ਜੀ ਨੇ ਬਾਬਾ ਸ਼ਾਮ ਸਿੰਘ ਜੀ ਪਾਸੋਂ ਹੀ ਪ੍ਰਾਪਤ ਕੀਤੀ। ਸੰਤਾਂ ਪਾਸ ਆਉਣ ਤੋਂ ਪਹਿਲਾਂ ਆਪ FA ਤੱਕ ਸਕੂਲ ਤੇ ਕਾਲਜ ਵਿੱਚ ਸੰਸਾਰਕ ਵਿੱਦਿਆ ਪੜ੍ਹਦੇ ਰਹੇ ਅਤੇ ਪੰਜਾਬ ਭਰ ਵਿੱਚ ਪਹਿਲੇ ਨੰਬਰ ਤੇ ਰਹਿ ਕੇ ਮੈਡਲ ਵੀ ਜਿੱਤਦੇ ਰਹੇ। ਆਪ ਸੰਤਾਂ ਪਾਸ ਆ ਕੇ ਚੰਗੇ ਵਿਦਵਾਨ ਤੇ ਕਥਾਵਾਚਕ ਬਣ ਗਏ। ਬਾਬਾ ਜੀ ਦੇ ਡੇਰੇ ਆਟਾ ਮੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਕਰਦੇ ਰਹੇ। ਗਿਆਨੀ ਠਾਕੁਰ ਸਿੰਘ ਜੀ ਦੀ ਗੁਰਮੁਖੀ ਅੱਖਰਾਂ ਦੀ ਲਿਖਤ ਇੰਨੀ ਸੁੰਦਰ ਸੀ ਕਿ ਉਹਨਾਂ ਦੇ ਹੱਥਾਂ ਨਾਲ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ
ਛਾਪੇ ਦੀਆਂ ਛਪੀਆਂ ਬੀੜਾਂ ਨਾਲੋਂ ਵੀ ਸੁੰਦਰ ਹਨ। ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਉਹਨਾਂ ਦੀ ਲਿਖਤਾਂ ਅਜੇ ਵੀ ਸੰਭਾਲੀਆਂ ਹੋਈਆਂ ਹਨ। 1926 ਈਸਵੀ ਵਿੱਚ ਦਰਬਾਰ ਸਾਹਿਬ ਕਮੇਟੀ ਵੱਲੋਂ ਭਾਈ ਠਾਕੁਰ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹਨਾਂ ਨੇ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਕੋਈ 8 ਮਹੀਨੇ ਬਾਅਦ 1927 ਈਸਵੀ ਵਿੱਚ ਇਹ ਸੇਵਾ ਪ੍ਰਵਾਨ ਕੀਤੀ। ਆਪ ਜੀ ਗੁਰਬਾਣੀ ਦੇ ਰਸੀਏ ਤੇ ਸ਼ੁੱਧ ਪਾਠ ਵਿੱਚ ਪ੍ਰਬੀਨ ਸਨ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਜ਼ੂਰੀ ਵਿੱਚ ਕੀਰਤਨ ਕਰਦਿਆਂ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੀ ਕੋਈ ਤੁਕ ਦਾ ਅਸ਼ੁੱਧ ਉਚਾਰਨ ਹੋ ਜਾਂਦਾ ਤਾਂ ਆਪ ਉਸੇ ਵੇਲੇ ਸ਼ੁੱਧ ਤੁਕ ਉਚਾਰ ਕੇ ਉਹਨਾਂ ਦੀ ਭੁੱਲ ਸੋਧ ਦਿੰਦੇ ਸਨ। ਅੰਮ੍ਰਿਤ ਵੇਲੇ ਦੇ ਪਹਿਲੇ ਮਹਾਵਾਕ ਪੜਨ ਸਮੇਂ ਉਹਨਾਂ ਦੀ ਆਵਾਜ਼ ਸਾਰੀ ਪਰਿਕਰਮਾ ਅਤੇ ਆਸ-ਪਾਸ ਦੇ ਬੁੰਗਿਆਂ ਤੱਕ ਗੂੰਜਦੀ ਸੀ। ਸ਼ਾਮ ਦੇ ਸਮੇਂ ਆਪ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰਪ੍ਰਤਾਪ ਸੂਰਜ ਅਤੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਵੀ ਸੰਗਤਾਂ ਨੂੰ ਸੁਣਾਇਆ ਕਰਦੇ ਸਨ ਤੇ ਵਿਦਿਆਰਥੀਆਂ ਨੂੰ ਅਰਥ ਵੀ ਪੜ੍ਹਾਉਂਦੇ ਰਹੇ। 1943 ਈਸਵੀ ਵਿੱਚ ਲਗਭਗ 16 ਸਾਲ ਦੀ ਸੇਵਾ ਕਾਲ ਤੋਂ ਬਾਅਦ 62 ਸਾਲ ਦੀ ਉਮਰ ਵਿੱਚ ਆਪ ਸੇਵਾ ਮੁਕਤ ਹੋ ਗਏ। ਆਪ ਦੇ ਸਮੇਂ ਆਪ ਜੀ ਨਾਲ 4 ਮੁੱਖ ਗ੍ਰੰਥੀ ਸਾਹਿਬਾਨ ਰਹੇ, ਭਾਈ ਫਤਿਹ ਸਿੰਘ ਜੀ, ਗਿਆਨੀ ਕਰਤਾਰ ਸਿੰਘ ਜੀ, ਭਾਈ ਲਾਭ ਸਿੰਘ ਜੀ ਤੇ ਮਹੰਤ ਮੂਲ ਸਿੰਘ ਜੀ। 1958 ਈਸਵੀ ਵਿੱਚ ਜਦ ਦਾਸ ਗ੍ਰੰਥੀ ਦੀ ਸੇਵਾ ਉੱਪਰ ਨਿਯੁਕਤ ਹੋਇਆ ਤਾਂ ਆਪ ਦੀ ਚੰਗੀ ਸਿਹਤ ਸੀ। ਮੈਨੂੰ ਆਪ ਸਕੱਤਰੀ ਬਾਗ ਵਿੱਚ ਕਈ ਵਾਰ ਮਿਲਦੇ ਰਹੇ ਤੇ ਗੁਰਮਤਿ ਵਿਚਾਰਾਂ ਕਰਦੇ ਰਹੇ। ਬਾਅਦ ਵਿੱਚ ਆਪ ਆਪਣੇ ਸੁਪੁੱਤਰ ਸਰਦਾਰ ਪ੍ਰੀਤਮ ਸਿੰਘ ਕੋਲ ਦਿੱਲੀ ਚਲੇ ਗਏ। ਉੱਥੇ 4 ਅਪ੍ਰੈਲ 1971 ਈਸਵੀ ਨੂੰ 90 ਸਾਲ ਦੀ ਉਮਰ ਵਿੱਚ ਗੁਰਪੁਰੀ ਨੂੰ ਪਿਆਨਾ ਕਰ ਗਏ। ਉਹਨਾਂ ਦੇ 3 ਪੁੱਤਰਾਂ ਵਿੱਚੋਂ 2 ਯੂਨੀਵਰਸਿਟੀ ਦੇ ਪ੍ਰੋਫੈਸਰ ਹਨ। ਆਪ ਜੀ ਦੇ ਇੱਕ ਸੁਪੁੱਤਰ ਡਾਕਟਰ ਵਜ਼ੀਰ ਸਿੰਘ ਚੰਗੇ ਵਿਦਵਾਨ ਤੇ ਖੋਜੀ ਲੇਖਕ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰੂ ਗੋਬਿੰਦ ਸਿੰਘ ਅਧਿਐਨ ਵਿਭਾਗ ਦੇ ਮੁਖੀ ਹਨ, ਜਿਨ੍ਹਾਂ ਨੇ ਉਹਨਾਂ ਬਾਰੇ ਉਪਰੋਕਤ ਦੁਰਲਭ ਜਾਣਕਾਰੀ ਭੇਜ ਕੇ ਦਾਸ ਨੂੰ ਧੰਨਵਾਦੀ ਬਣਾਇਆ ਹੈ। ਸਿੰਘ ਸਾਹਿਬ ਮਹੰਤ ਮੂਲ ਸਿੰਘ ਜੀ ਮੁੱਖ ਗ੍ਰੰਥੀ। ਆਪ ਦਾ ਜਨਮ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਹੈ। ਬੁੰਗਾ ਨਿਰਮਲਿਆ ਦੇ ਮਹੰਤ ਰਾਮ ਸਿੰਘ ਜੀ ਦੇ ਸੇਵਕ ਬਣੇ। 1921 ਈਸਵੀ ਨੂੰ ਬੁੰਗੇ ਦੇ ਮਹੰਤ ਥਾਪੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਸੰਤ ਗਿਆਨੀ ਅਮੀਰ ਸਿੰਘ ਜੀ ਪਾਸੋਂ ਪੜ੍ਹੇ। ਅਕਾਲੀ ਲਹਿਰ ਸਮੇਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ 6 ਮਹੀਨੇ ਜੇਲ੍ਹ ਯਾਤਰਾ ਕੀਤੀ। ਬਾਅਦ ਵਿੱਚ 13 ਸਾਲ ਲੋਕਲ ਕਮੇਟੀ ਅੰਮ੍ਰਿਤਸਰ ਅਤੇ 18 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ। ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਖਿਲਾਫ ਕਰਾਰ ਦੇਣ ਤੋਂ ਬਾਅਦ ਇੱਕ ਮੈਂਬਰ ਦੀ ਹੈਸੀਅਤ ਵਿੱਚ 2 ਵਰ੍ਹੇ ਮੁਲਤਾਨ ਜੇਲ੍ਹ ਵਿੱਚ ਰਹੇ ਅਤੇ 500 ਰੁਪਏ ਜੁਰਮਾਨਾ ਭਰਿਆ। ਸ੍ਰੀ ਗੁਰੂ ਰਾਮਦਾਸ ਲੰਗਰ ਦੇ ਕਾਫੀ ਸਮਾਂ ਜਥੇਦਾਰ ਰਹੇ। 1934 ਈਸਵੀ ਵਿੱਚ ਆਪ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯਤ ਹੋਏ। ਗਿਆਨੀ ਲਾਭ ਸਿੰਘ ਜੀ ਦੇ ਰਿਟਾਇਰ ਹੋ ਜਾਣ ਤੋਂ ਬਾਅਦ 1940 ਈਸਵੀ ਵਿੱਚ ਆਪ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਥਾਪਿਆ ਗਿਆ। ਆਪ ਬੜੇ ਉਦਮੀ ਤੇ ਉਤਸ਼ਾਹੀ ਸੱਜਣ ਸਨ। ਅੰਮ੍ਰਿਤ ਵੇਲੇ ਦਾ ਜਾਗਣਾ ਤੇ ਗੁਰਬਾਣੀ ਦਾ ਨਿਤਨੇਮ ਆਪ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਸੀ। ਇਹਨਾਂ ਦੇ ਸਮੇਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ ਵਿੱਚ ਹੋ ਰਹੇ ਅਖੰਡ ਪਾਠਾਂ ਦਾ ਪ੍ਰਬੰਧ ਵੀ ਇਹਨਾਂ ਦੇ ਹੀ ਜ਼ਿੰਮੇ ਸੀ, ਜਿਸ ਦਾ ਇਹਨਾਂ ਨੂੰ ਇਵਜ਼ਾਨਾ ਵੀ ਮਿਲਦਾ ਸੀ। ਪਰ ਗ੍ਰੰਥੀ ਅਤੇ ਮੁੱਖ ਗ੍ਰੰਥੀ ਦੀ ਸੇਵਾ ਆਪ ਆਨਰੇਰੀ ਤੌਰ ਤੇ ਕਰਦੇ ਰਹੇ, ਆਨਰੇਰੀਅਮ ਵੀ ਨਹੀਂ ਲੈਂਦੇ ਸਨ। ਆਪ ਨੂੰ ਡੇਰੇ ਦੀ ਆਮਦਨ ਕਾਫੀ ਸੀ, ਜਿਸ ਕਰਕੇ ਬਾਹਰੋਂ ਆਏ ਗਏ ਸਾਧੂ ਅਭਿਆਗਤਾ ਦੀ ਸੇਵਾ ਕਰਦੇ ਰਹਿੰਦੇ ਸਨ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਦਿਨ ਢਲੇ ਕਾਫੀ ਸਮਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਵੀ ਕਰਦੇ ਰਹੇ। 1952 ਈਸਵੀ ਵਿੱਚ ਕਿਸੇ ਕਾਰਨ ਕਰਕੇ ਮੁੱਖ ਗ੍ਰੰਥੀ ਦੀ ਪਦਵੀ ਤੋਂ ਅਸਤੀਫਾ ਦੇ ਗਏ। ਬਾਅਦ ਵਿੱਚ 3 ਵਰ੍ਹੇ ਨਿਰਮਲ ਮਹਾਮੰਡਲ ਦੇ ਪ੍ਰਧਾਨ ਰਹੇ ਅਤੇ ਫਿਰ ਨਿਰਮਲ ਅਖਾੜੇ ਦੇ ਸਕੱਤਰ ਬਣ ਕੇ ਸੇਵਾ ਨਿਭਾਉਂਦੇ ਰਹੇ। ਨਾਲ-ਨਾਲ ਆਪਣੇ ਡੇਰੇ ਬੁੰਗਾ ਅਖਾੜਾ ਨਿਰਮਲਿਆਂ ਦਾ ਪ੍ਰਬੰਧ ਬੜੀ ਯੋਗਤਾ ਨਾਲ ਚਲਾਉਂਦੇ ਰਹੇ। ਆਪ ਨੇ ਆਪਣੀ ਥਾਂ ਗਿਆਨੀ ਨਿਰੰਜਨ ਸਿੰਘ ਜੀ ਨੂੰ ਆਪਣੇ ਜਿਉਂਦੇ ਜੀ ਮਹੰਤ ਥਾਪ ਦਿੱਤਾ। ਆਪ ਅਖੀਰ 11 ਜੂਨ 1982 ਈਸਵੀ ਨੂੰ ਸਰੀਰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਇਹਨਾਂ ਦੇ ਸਮੇਂ ਇਹਨਾਂ ਨਾਲ ਪਹਿਲਾਂ ਭਾਈ ਲਾਭ ਸਿੰਘ ਜੀ ਤੇ ਭਾਈ ਠਾਕੁਰ ਸਿੰਘ ਜੀ 2 ਗ੍ਰੰਥੀ ਰਹੇ। 1940 ਈਸਵੀ ਵਿੱਚ ਭਾਈ ਲਾਭ ਸਿੰਘ ਜੀ ਰਿਟਾਇਰ ਹੋ ਗਏ ਤਾਂ ਉਹਨਾਂ ਦੀ ਥਾਂ ਜਥੇਦਾਰ ਅਛਰ ਸਿੰਘ ਜੀ ਗ੍ਰੰਥੀ ਨਿਯੁਕਤ ਹੋਏ। 1944 ਈਸਵੀ ਤੱਕ
ਭਾਈ ਠਾਕੁਰ ਸਿੰਘ ਜੀ ਅਤੇ ਜਥੇਦਾਰ ਅਛਰ ਸਿੰਘ ਜੀ 2 ਗ੍ਰੰਥੀ ਰਹੇ। 1944 ਈਸਵੀ ਵਿੱਚ ਗਿਆਨੀ ਠਾਕੁਰ ਸਿੰਘ ਜੀ ਰਿਟਾਇਰ ਹੋ ਗਏ। ਉਹਨਾਂ ਦੀ ਥਾਂ ਗਿਆਨੀ ਚੇਤ ਸਿੰਘ ਜੀ ਨਵੇਂ ਗ੍ਰੰਥੀ ਨਿਯੁਕਤ ਹੋਏ। 1948 ਈਸਵੀ ਤੱਕ ਜਥੇਦਾਰ ਅਛਰ ਸਿੰਘ ਜੀ ਅਤੇ ਗਿਆਨੀ ਚੇਤ ਸਿੰਘ ਜੀ 2 ਗ੍ਰੰਥੀ ਰਹੇ ਅਤੇ 1948 ਈਸਵੀ ਤੋਂ 1952 ਈਸਵੀ ਤੱਕ ਗਿਆਨੀ ਭੁਪਿੰਦਰ ਸਿੰਘ ਜੀ, ਜਥੇਦਾਰ ਅਛਰ ਸਿੰਘ ਜੀ ਅਤੇ ਗਿਆਨੀ ਚੇਤ ਸਿੰਘ ਜੀ ਸਮੇਤ 3 ਗ੍ਰੰਥੀ ਰਹੇ। 1948 ਈਸਵੀ ਤੋਂ ਪਹਿਲਾਂ ਮੁੱਖ ਗ੍ਰੰਥੀ ਸਮੇਤ 3 ਹੀ ਗ੍ਰੰਥੀ ਰਹੇ। 1948 ਈਸਵੀ ਵਿੱਚ ਗਿਆਨੀ ਭੁਪਿੰਦਰ ਸਿੰਘ ਜੀ ਦੇ ਆ ਜਾਣ ਤੇ ਗ੍ਰੰਥੀ ਸਿੰਘਾਂ ਦੀ ਗਿਣਤੀ 4 ਹੋ ਗਈ। ਸਿੰਘ ਸਾਹਿਬ ਜਥੇਦਾਰ ਅਛਰ ਸਿੰਘ ਜੀ ਗ੍ਰੰਥੀ। ਪਿਤਾ ਸਰਦਾਰ ਹਾਕਮ ਸਿੰਘ ਤੇ ਮਾਤਾ ਗੰਗੀ ਜੀ ਦੇ ਘਰ ਪਿੰਡ ਘਣੀਏ ਕੇ ਤਹਿਸੀਲ ਜ਼ਿਲ੍ਹਾ ਲਾਹੌਰ ਵਿਖੇ 1893 ਈਸਵੀ ਵਿੱਚ ਆਪ ਦਾ ਜਨਮ ਹੋਇਆ। ਛੋਟੀ ਉਮਰ ਵਿੱਚ ਮਾਤਾ ਜੀ ਅਤੇ 12 ਸਾਲ ਦੀ ਉਮਰ ਵਿੱਚ ਪਿਤਾ ਜੀ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪ ਦੇ 2 ਵੱਡੇ ਭਰਾ ਬਰਮਾ ਮਿਲਟਰੀ ਪੁਲਿਸ ਵਿੱਚ ਆਪ ਨੂੰ ਆਪਣੇ ਪਾਸ ਲੈ ਗਏ। 13 ਸਾਲ ਦੀ ਉਮਰ ਵਿੱਚ ਹੀ ਆਪ ਨੂੰ ਉੱਥੇ ਆਪਣੇ ਮਹਿਕਮੇ ਵਿੱਚ ਹੀ ਭਰਤੀ ਕਰਵਾ ਦਿੱਤਾ। ਗੁਰਬਾਣੀ ਅਤੇ ਗੁਰਮਤ ਵਿੱਦਿਆ ਅਤੇ ਕੀਰਤਨ ਦੀ ਯੋਗਤਾ ਆਪ ਨੇ ਫੌਜ ਦੇ ਗ੍ਰੰਥੀ ਸਿੰਘ ਪਾਸੋਂ ਪ੍ਰਾਪਤ ਕਰ ਲਈ। 1917 ਈਸਵੀ ਵਿੱਚ ਆਪ ਨੇ ਅੰਮ੍ਰਿਤ ਪਾਨ ਕਰ ਲਿਆ। ਫੌਜੀ ਸਿੰਘਾਂ ਵਿੱਚ ਕੀਰਤਨ ਤੇ ਕਥਾ ਰਾਹੀਂ ਗੁਰਮਤ ਪ੍ਰਚਾਰ ਦਾ ਪ੍ਰਵਾਹ ਚਲਾਇਆ। ਬਰਮਾ ਦੀਆਂ ਸਾਰੀਆਂ ਛਾਉਣੀਆਂ ਵਿੱਚ ਗੁਰਦੁਆਰੇ ਕਾਇਮ ਕੀਤੇ। ਪਹਿਲੀ ਵੱਡੀ ਸੰਸਾਰ ਜੰਗ ਸਮੇਂ ਆਪ ਨੇ 14 ਸਿੱਖ ਰੈਜੀਮੈਂਟ ਨਾਲ ਮਿਲ ਕੇ ਮਿਸਰ, ਤੁਰਕੀ ਤੇ ਅਰਬ ਦੇ ਮੋਰਚਿਆਂ ਵਿੱਚ ਭਾਗ ਲਿਆ। ਆਪ ਫੌਜ ਵਿੱਚ ਜਮਾਦਾਰ ਬਣਨ ਵਾਲੇ ਸਨ ਕਿ 1921 ਈਸਵੀ ਵਿੱਚ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੀ ਖਬਰ ਸੁਣ ਕੇ ਆਪ ਦੇ ਮਨ ਵਿੱਚ ਅੰਗਰੇਜ਼ ਵਿਰੁੱਧ ਰੋਸ ਜਾਗਿਆ। ਅਫਸਰਾਂ ਦੇ ਰੋਕਣ ਦੇ ਬਾਵਜੂਦ ਆਪ ਫੌਜ ਚੋਂ ਨਾਵਾਂ ਕਟਵਾ ਕੇ ਦੇਸ਼ ਆ ਗਏ। ਵਾਪਸ ਆਉਂਦਿਆਂ ਹੀ ਸੈਂਟਰਲ ਮਾਝਾ ਦੀਵਾਨ ਰਾਹੀਂ ਗਰਮ ਜੋਸ਼ੀ ਨਾਲ ਧਰਮ ਪ੍ਰਚਾਰ ਵਿੱਚ ਜੁਟ ਗਏ ਤੇ ਪੂਰੀ ਸਰਗਰਮੀ ਨਾਲ ਅਕਾਲੀ ਲਹਿਰ ਵਿੱਚ ਸ਼ਾਮਲ ਹੋ ਗਏ। ਗੁਰਦੁਆਰਾ ਮੁਕਤਸਰ, ਗੁਰਦੁਆਰਾ ਸਿਆਲਕੋਟ ਤੇ ਮੋਰਚਾ ਗੁਰੂ ਕਾ ਬਾਗ ਸਮੇਂ ਜਥੇ ਲੈ ਕੇ ਗਏ ਤੇ ਗ੍ਰਿਫਤਾਰ ਹੋਏ। ਆਪ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖ ਕੇ 9/2/1924 ਨੂੰ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਜੈਤੋ ਨੂੰ ਜਾਣ ਵਾਲੇ ਜਥਿਆਂ ਨੂੰ ਅਸ਼ੀਰਵਾਦ ਦੇ ਕੇ ਆਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋਰਦੇ ਰਹੇ। ਇਸੇ ਦੋਸ਼ 'ਚ ਸਰਕਾਰ ਨੇ ਆਪ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ, ਜਿਸ ਕਰਕੇ 7/5/24 ਨੂੰ ਆਪ ਨੇ ਘੰਟਾ ਘਰ ਵੱਲੋਂ ਖੁੱਲੀ ਗ੍ਰਿਫਤਾਰੀ ਦਿੱਤੀ। ਲਗਭਗ ਪੌਣੇ 2 ਸਾਲ ਮੀਆਂ ਵਾਲੀ ਜੇਲ੍ਹ ਵਿੱਚ ਕੈਦ ਕੱਟ ਕੇ ਮੁੜ ਆਪਣੀ ਪਦਵੀ ਤੇ ਆਪ ਬਿਰਾਜੇ, ਪਰੰਤੂ ਗੁਰਦੁਆਰਾ ਐਕਟ ਤੇ ਮਾਫੀਆਂ ਮੰਗਣ ਉੱਪਰ ਪੈਦਾ ਹੋਏ ਵਿਵਾਦ ਕਾਰਨ ਆਪ ਨੇ 10/1/26 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਛੁੱਟੀ ਲੈ ਲਈ। 20 ਜਨਵਰੀ 1927 ਨੂੰ ਗੁਰਦੁਆਰਾ ਕਮੇਟੀ ਲਾਹੌਰ ਵੱਲੋਂ ਆਪ ਗੁਰਦੁਆਰਾ ਡੇਰਾ ਸਾਹਿਬ ਦੇ ਮੁੱਖ ਗ੍ਰੰਥੀ ਥਾਪੇ ਗਏ। 13 ਸਾਲ ਇਹ ਸੇਵਾ ਆਪ ਨੇ ਪੂਰੀ ਯੋਗਤਾ ਨਾਲ ਨਿਭਾਈ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਹਰ ਰੋਜ਼ ਕਥਾ ਕਰਦੇ ਰਹੇ। ਗੁਰਦੁਆਰਾ ਸ਼ਹੀਦ ਗੰਜ ਸਿੰਘਣੀਆਂ ਦਾ ਮੋਰਚਾ ਫਤਿਹ ਕਰਵਾ ਕੇ ਗੁਰਦੁਆਰਾ ਪੰਥਕ ਪ੍ਰਬੰਧ ਵਿੱਚ ਲਿਆਂਦਾ। ਖੂਹ ਦੀ ਕਾਰ ਸੇਵਾ ਕਰਵਾਈ। 1939 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਬਹੁਤ ਵੱਡੀ ਪੱਧਰ ਤੇ ਮਨਾਈ। ਸਿੱਖ, ਹਿੰਦੂ ਤੇ ਮੁਸਲਮਾਨ ਲੀਡਰਾਂ ਨੂੰ ਇੱਕ ਸਟੇਜ ਤੇ ਇਕੱਠਾ ਕੀਤਾ, ਕਿਉਂਕਿ ਤਿੰਨਾਂ ਹੀ ਕੌਮਾਂ ਦੇ ਮੁਖੀ ਜਥੇਦਾਰ ਜੀ ਦਾ ਬਹੁਤ ਮਾਣ ਸਨਮਾਨ ਕਰਦੇ ਸਨ। ਡਸਕੇ ਦੇ ਮੋਰਚੇ, ਕਿਰਪਾਨ ਤੇ ਲੱਗੀ ਪਾਬੰਦੀ ਹਟਾਉਣ ਦੇ ਮੋਰਚੇ ਤੇ ਜੰਡਿਆਲਾ ਸ਼ੇਰ ਖਾਂ 'ਚ ਕੀਤੀ ਤਕਰੀਰ ਦੇ ਦੋਸ਼ ਵਿੱਚ ਨੰਬਰਵਾਰ 15 ਦਿਨ, 1 ਮਹੀਨਾ ਤੇ 6 ਮਹੀਨੇ ਕੈਦ ਕੱਟੀ। 1955 ਈਸਵੀ ਦੇ ਮੋਰਚੇ ਵਿੱਚ ਸਰਕਾਰ ਨੇ ਆਪ ਜੀ ਨੂੰ ਗ੍ਰਿਫਤਾਰ ਕਰ ਲਿਆ, ਪਰ ਸਾਰੀਆਂ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਦਬਾਅ ਕਾਰਨ 3 ਦਿਨਾਂ ਬਾਅਦ ਹੀ ਰਿਹਾ ਕਰ ਦਿੱਤਾ। 1940 ਈਸਵੀ ਵਿੱਚ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਥਾਪਿਆ ਗਿਆ। ਮੰਜੀ ਸਾਹਿਬ ਸ਼ਾਮ ਦੇ ਦੀਵਾਨ ਵਿੱਚ ਹਰ ਰੋਜ਼ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਦੇ ਰਹੇ। ਪੂਰੇ 22 ਸਾਲ ਆਪ ਨੇ ਇਹ ਸੇਵਾ ਪੂਰੀ ਯੋਗਤਾ ਨਾਲ ਨਿਭਾਈ। 23/5/55 ਨੂੰ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦੇ ਨਾਲ-ਨਾਲ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦੂਜੀ ਵਾਰ ਜਥੇਦਾਰ ਨਿਯੁਕਤ ਕੀਤਾ ਗਿਆ। 29/11/61 ਨੂੰ
ਆਪ ਜੀ ਦੀ ਜਥੇਦਾਰੀ ਹੇਠ 50 ਪਿਆਰਿਆਂ ਵੱਲੋਂ ਅਰਦਾਸ ਵਿੱਚ ਕੀਤੇ ਪ੍ਰਣ ਨੂੰ ਤੋੜਨ ਦੇ ਦੋਸ਼ ਵਿੱਚ ਮਾਸਟਰ ਤਾਰਾ ਸਿੰਘ ਨੂੰ, ਵਰਤ ਤੜਵਾਉਣ ਦੇ ਦੋਸ਼ ਵਿੱਚ ਸੰਤ ਫਤਿਹ ਸਿੰਘ ਨੂੰ ਅਤੇ ਵਰਤ ਤੋੜਨ ਹਿੱਤ ਮਤਾ ਕਰਨ ਦੇ ਦੋਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਾਜ਼ਰ ਐਗਜ਼ੈਕਟਿਵ ਮੈਂਬਰਾਂ ਨੂੰ ਤਨਖਾਹ ਲਾਉਣ ਦਾ ਇਤਿਹਾਸਕ ਫੈਸਲਾ ਕੀਤਾ, ਜਿਸ ਦੀ ਮਿਸਾਲ ਅੱਜ ਤੱਕ ਪੇਸ਼ ਕੀਤੀ ਜਾਂਦੀ ਹੈ। ਦਾਸ ਉਹਨਾਂ 50 ਸਿੰਘ ਸਾਹਿਬਾਨ ਵਿੱਚ ਸ਼ਾਮਲ ਸੀ। ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੇ ਦੋਹਾਂ ਧੜਿਆਂ ਵਿੱਚ ਅਕਾਲੀ ਦਲ ਦੋਫਾੜ ਹੋ ਗਿਆ, ਜਿਸ ਤੋਂ ਬਾਅਦ ਆਪ ਨੇ ਦੋਹਾਂ ਮਹਾਨ ਪਦਵੀਆਂ ਤੋਂ ਅਸਤੀਫਾ ਦੇ ਦਿੱਤਾ। 4 ਦਸੰਬਰ 1962 ਵਿੱਚ ਆਪ ਨੂੰ ਮਾਸਟਰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਆਪ ਦੋਹਾਂ ਦਲਾਂ ਵਿੱਚ ਏਕਤਾ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰਦੇ ਰਹੇ, ਪਰ ਦੋਹਾਂ ਧਿਰਾਂ ਦੇ ਸਵਾਰਥੀ ਅੰਸਰਾਂ ਨੇ ਆਪ ਦੀ ਪੇਸ਼ ਨਾ ਜਾਣ ਦਿੱਤੀ, ਜਿਸ ਕਰਕੇ ਆਪ 1963 ਨੂੰ ਪਿੱਛੇ ਹਟ ਗਏ। 1963 ਈਸਵੀ ਦੇ ਅੰਤ ਵਿੱਚ ਮੱਝ ਦੇ ਮਾਰਨ ਕਰਕੇ ਲੱਗੀਆਂ ਗੁੱਝੀਆਂ ਸੱਟਾਂ ਕਾਰਨ 13 ਸਾਲ ਔਰੇ ਰਹੇ। 1976 ਵਿੱਚ ਆਪ ਸਖਤ ਬਿਮਾਰ ਹੋ ਗਏ ਤੇ 6/8/76 ਨੂੰ ਰਾਤ ਦੇ 9:30 ਵਜੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ। ਆਪ ਦੇ 3 ਲੜਕੇ ਤੇ 2 ਲੜਕੀਆਂ ਹਨ। ਵੱਡੇ ਲੜਕੇ ਸਰਦਾਰ ਸੰਤੋਖ ਸਿੰਘ ਦਸੰਬਰ 1985 ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਦੀ ਪਦਵੀ ਤੋਂ ਰਿਟਾਇਰ ਹੋ ਚੁੱਕੇ ਹਨ। ਇਸ ਵੇਲੇ 484 ਨੰਬਰ ਕੋਠੀ ਈਸਟ ਮੋਹਨ ਨਗਰ ਅੰਮ੍ਰਿਤਸਰ ਵਿੱਚ ਰਹਿ ਰਹੇ ਹਨ। ਇਸੇ ਕੋਠੀ ਵਿੱਚ ਜਥੇਦਾਰ ਜੀ ਨੂੰ ਪਹਿਲਾਂ ਵੀ ਤੇ ਬਿਮਾਰੀ ਸਮੇਂ ਵਿੱਚ ਵੀ ਸਰਦਾਰ ਸੰਤੋਖ ਸਿੰਘ ਤੇ ਉਹਨਾਂ ਦੇ ਘਰੋਂ ਬੀਬੀ ਜੀ ਨੇ ਜਥੇਦਾਰ ਸਾਹਿਬ ਦੀ ਬਹੁਤ ਸੇਵਾ ਕੀਤੀ ਅਤੇ ਬੜੀਆਂ ਅਸੀਸਾਂ ਲਈਆਂ। ਹੁਣ ਵੀ ਇਹ ਜਥੇਦਾਰ ਸਾਹਿਬ ਦੀ ਸਾਲਾਨਾ ਯਾਦ ਹਰ ਸਾਲ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਜਥੇਦਾਰ ਜੀ ਸਿੱਖ ਰਹਿਤ ਮਰਿਆਦਾ ਵਿੱਚ ਪੱਕੇ ਸਿੰਘ ਸਨ। ਪੰਥਕ ਜਜ਼ਬੇ ਨਾਲ ਭਰਪੂਰ, ਪੰਥ ਦੀ ਚੜ੍ਹਦੀ ਕਲਾ ਦੇ ਚਾਹਵਾਨ, ਗੁਰੂ ਤੇ ਪੰਥ ਦੀ ਖਾਤਰ ਆਪਾ ਨਿਛਾਵਰ ਕਰ ਦੇਣ ਵਾਲੇ ਮਹਾਨ ਆਤਮਾ ਸਨ। ਸੁਭਾਅ ਦੇ ਨਰਮ, ਧੀਰਜੀ, ਸ਼ਾਂਤ, ਦੂਜਿਆਂ ਦਾ ਭਲਾ ਸੋਚਣ ਵਾਲੇ ਪਰ ਉਪਕਾਰੀ ਸੱਜਣ ਸਨ, ਜਿਸ ਕਰਕੇ ਸ਼ਹਿਰ ਅੰਮ੍ਰਿਤਸਰ ਦੀਆਂ ਸੰਗਤਾਂ ਆਪ ਦਾ ਬਹੁਤ ਮਾਨ ਸਨਮਾਨ ਕਰਦੀਆਂ ਸਨ। ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਮੁੱਖ ਗ੍ਰੰਥੀ। ਆਪ ਜੀ ਦਾ ਜਨਮ 17 ਅਗਸਤ 1910 ਈਸਵੀ ਨੂੰ ਆਪਣੇ ਨਾਨਕੇ ਪਿੰਡ ਚੱਕਾਰ, ਜ਼ਿਲ੍ਹਾ ਮੁਜ਼ੱਫਰਾਬਾਦ, ਆਜ਼ਾਦ ਕਸ਼ਮੀਰ ਵਿੱਚ ਹੋਇਆ। ਆਪ ਜੀ ਦੇ ਪਿਤਾ ਭਾਈ ਸਾਹਿਬ ਨਰੈਣ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਐਬਟਾਬਾਦ, ਜ਼ਿਲ੍ਹਾ ਹਜ਼ਾਰਾ, ਹੁਣ ਪਾਕਿਸਤਾਨ ਵਿੱਚ ਸਨ, ਜੋ ਗੁਰਬਾਣੀ ਤੇ ਗੁਰਮਤ ਦੇ ਗਿਆਤਾ, ਸਿੱਖੀ ਦੇ ਮੁੱਦਈ ਤੇ ਇੱਕ ਚੰਗੇ ਵਕਤਾ ਸਨ। ਛੋਟੀ ਉਮਰ ਵਿੱਚ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ। ਪਿਤਾ ਜੀ ਤੋਂ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ। ਸਕੂਲ ਦੀ ਵਿੱਦਿਆ ਤੋਂ ਬਾਅਦ ਪੰਜਾਬੀ ਗਿਆਨੀ ਦਾ ਇਮਤਿਹਾਨ ਓਰੀਐਂਟਲ ਕਾਲਜ ਲਾਹੌਰ ਰਾਹੀਂ ਪਾਸ ਕੀਤਾ। ਇਮਤਿਹਾਨ ਸਮੇਂ ਬਿਮਾਰ ਹੋਣ ਦੇ ਬਾਵਜੂਦ ਵੀ ਯੂਨੀਵਰਸਿਟੀ ਵਿੱਚ 5ਵੇਂ ਨੰਬਰ ਤੇ ਆਏ। ਕਸ਼ਮੀਰ ਵਿੱਚ ਇੱਕ ਬਹੁਤ ਮਸ਼ਹੂਰ ਡੇਰਾ ਗੁਫਾ ਮੁਜ਼ੱਫਰਾਬਾਦ ਵਿੱਚ ਸੀ, ਜਿੱਥੇ ਠਾਕੁਰ ਜੋਗਾ ਸਿੰਘ ਜੀ, ਠਾਕੁਰ ਦਇਆ ਸਿੰਘ ਜੀ ਅਤੇ ਠਾਕੁਰ ਨਰੈਣ ਸਿੰਘ ਜੀ ਨੇ ਬੜੇ ਤਪ ਤਿਆਗ ਨਾਲ ਨਾਮ ਅਭਿਆਸ ਤੇ ਸਿੱਖੀ ਪ੍ਰਚਾਰ ਕੀਤਾ। ਠਾਕੁਰ ਨਰੈਣ ਸਿੰਘ ਜੀ ਦੀ ਵੱਡੀ ਲੜਕੀ ਬੀਬੀ ਹਰਬੰਸ ਕੌਰ ਨਾਲ ਆਪ ਦੀ 1932 ਈਸਵੀ ਵਿੱਚ ਸ਼ਾਦੀ ਹੋ ਗਈ। ਠਾਕੁਰ ਜੀ ਸੁਰਗਵਾਸ ਹੋ ਗਏ ਸਨ। ਇਸ ਕਰਕੇ ਠਾਕੁਰ ਨਰੈਣ ਸਿੰਘ ਜੀ ਦੀ ਇੱਛਾ ਅਨੁਸਾਰ ਡੇਰਿਆਂ ਦੇ ਮੁਖੀ ਇਹਨਾਂ ਨੂੰ ਡੇਰੇ ਦਾ ਮਹੰਤ ਬਣਾਉਣਾ ਚਾਹੁੰਦੇ ਸਨ, ਪਰ ਆਪ ਅਕਾਲੀ ਲਹਿਰ ਤੋਂ ਪ੍ਰਭਾਵਿਤ ਕੱਟੜ ਸਿੰਘ ਸਨ, ਜਿਸ ਕਰਕੇ ਡੇਰਿਆਂ ਦੀਆਂ ਮਹੰਤੀਆਂ ਦੇ ਖਿਲਾਫ ਸਨ। ਇਸ ਲਈ ਮਹੰਤ ਬਣਨ ਤੋਂ ਇਨਕਾਰ ਕਰ ਦਿੱਤਾ। ਰਾਵਲਪਿੰਡੀ ਵਿਖੇ ਕਰਤਾਰਪੁਰੇ ਮਹੱਲੇ ਦੇ ਗੁਰਦੁਆਰੇ ਵਿੱਚ ਮੁੱਖ ਗ੍ਰੰਥੀ ਦੀ ਸੇਵਾ ਸੰਭਾਲ ਲਈ ਇੱਥੇ ਰੋਜ਼ ਗੁਰਬਾਣੀ ਦੀ ਕਥਾ ਕਰਦੇ ਸਨ। ਲਗਭਗ 10 ਸਾਲ ਰਾਵਲਪਿੰਡੀ ਰਹਿੰਦਿਆਂ ਆਪਣੀ ਵਿਦਵਤਾ ਅਤੇ ਵਿਆਖਿਆ ਸ਼ਕਤੀ ਦੇ ਬਲ ਨਾਲ ਕਾਫੀ ਪ੍ਰਸਿੱਧੀ ਪ੍ਰਾਪਤ ਕਰ ਲਈ। 1947 ਈਸਵੀ ਦੇ ਘੱਲੂਘਾਰੇ ਸਮੇਂ ਰਾਵਲਪਿੰਡੀ ਤੋਂ ਅੰਮ੍ਰਿਤਸਰ ਆ ਗਏ। ਅਕਾਲੀ ਲੀਡਰਾਂ ਨਾਲ ਪਹਿਲਾਂ ਹੀ ਵਾਕਫੀਅਤ ਸੀ। ਆਪ ਦੀ ਇਲਮੀ ਲਿਆਕਤ, ਧਾਰਮਿਕ ਜੀਵਨ, ਸਫਲ ਲੈਕਚਰਾਰ ਹੋਣ ਦੇ ਨਾਤੇ 1948 ਈਸਵੀ ਵਿੱਚ ਕਮੇਟੀ ਵੱਲੋਂ ਆਪ ਜੀ ਨੂੰ ਸ੍ਰੀ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ। 1952 ਈਸਵੀ ਵਿੱਚ ਜਦ ਮਹੰਤ ਮੂਲ ਸਿੰਘ ਜੀ ਮੁੱਖ ਗ੍ਰੰਥੀ ਦੀ ਪਦਵੀ ਤੋਂ ਅਸਤੀਫਾ ਦੇ ਗਏ ਤਾਂ ਆਪ ਜੀ ਨੂੰ ਮੁੱਖ ਗ੍ਰੰਥੀ ਦੀ ਮਹਾਨ ਪਦਵੀ ਤੇ ਥਾਪਿਆ ਗਿਆ। ਆਪ ਹਰ ਐਤਵਾਰ ਨੂੰ ਸ੍ਰੀ ਮੰਜੀ ਸਾਹਿਬ ਵਿਖੇ ਸ਼ਾਮ ਨੂੰ ਇਤਿਹਾਸ ਦੀ ਕਥਾ ਤੋਂ ਬਾਅਦ ਕਿਸੇ ਇੱਕ ਮਜ਼ਮੂਨ ਤੇ ਧਾਰਮਿਕ ਲੈਕਚਰ ਦਿਆ ਕਰਦੇ ਸਨ।
जिस दा शहर दीआं संगतां ते खास करके नौजवान तबके ते चंगा असर पैंदा सी। शहर दे विद्वान संत महंत भी आप दा लैक्चर सुनन आउंदे। 1960 ईस्वी दे पंजाबी सूबे संबंधी चल रहे अंदोलन समय गुरुद्वारा मंजी साहिब विखे सरकार विरोधी लैक्चर देण दे दोष विच जेल यात्रा भी करनी पई। मरण वर्त दा प्रण तोड़न दे दोष विच मास्टर तारा सिंह जी नूं तनखाह लाउण वाले 50 प्यारिਆਂ च आप बतौर मुख ग्रंथी श्री हरमंदर साहिब शामिल होए। अक्तूबर 1963 ईस्वी विच किसी कारण आप इस पदवी तो अस्तीफा दे गए। बाद विच अकाली सियासत विच सरगर्म हिस्सा लैण लग पए। कुछ समा मास्टर तारा सिंह अकाली दल दे प्रधान भी रहे। बाद विच दोहां दलां दा एकीकरण हो गया ते आप अकाली दल दे पार्लीमेंटरी बोर्ड दे प्रधान बन गए। 1970 ईस्वी विच आप राज सभा दे मैंबर बन गए, जिस करके आप दिल्ली रहिंदे रहे। अजकल श्री अमृतसर विखे निर्मल संप्रदाय दे अस्थान डेरा बाबा जोगा सिंह, गली तेलियां चौक, चिंतपुरनी अमृतसर दे महंत थापे गए ते अमृतसर ही रह रहे हैं। आप चंगे मिलनसार गंभीर ते नरम तबीयत दे मालक हैं। सर्विस समय दे मातहत स्टाफ दे मनां च हुण तक आप दा सत्कार कायम है। इन्हां दे समय 1957 ईस्वी तक जथेदार अक्षर सिंह जी, ज्ञानी चेत सिंह जी अते ज्ञानी अर्जन सिंह जी 3 ग्रंथी रहे। 2 अप्रैल 1958 ईस्वी तो ज्ञानी अर्जन सिंह जी दी थां दास किरपाल सिंह चौथा ग्रंथी नियुक्त होया। सिंह साहिब ज्ञानी अर्जन सिंह जी ग्रंथी। आप दा जन्म जिला लुधियाना दे नवे पिंड दा सी। आप जी दे पिता दा नाम भगत साहिब सिंह सी। आप गुरबाणी ते गुर इतिहास अते प्रसिद्ध बिरज भाषा ग्रंथां दे पूरे ज्ञाता सन। वैदिक ग्रंथां दा आप विशाल ज्ञान रखते सन। 1952 ईस्वी नूं जद महंत मूल सिंह जी मुख ग्रंथी दी पदवी तो अस्तीफा दे गए ते उन्हां दी थां सिंह साहिब ज्ञानी भुपिंदर सिंह जी मुख ग्रंथी थापे गए तां ग्रंथी सिंह दी एक पोस्ट खाली हो गई। आप जी दी गुरमत विद्यक योग्यता ते उच्चे धार्मिक जीवन नूं ध्यान विच रखदिआं आप जी नूं श्री हरमंदर साहिब जी दा चौथा ग्रंथी नियुक्त कर दिता। आप अपनी ग्रंथी दी ड्यूटी दे नाल-नाल श्री हरमंदर साहिब दे अंदर अमृत वेले आए हुए महावाक दी कथा गुरुद्वारा मंजी साहिब विखे संगतां नूं सुना के निहाल करदे रहे। आप जी दी विद्वता पूरन ते गुरमत रंग विच भिजी गुर शब्द दी अमृत कथा दास नूं भी सुनन दा कई वार मौका मिलदा रहा है। अखीर अचानक किसी बीमारी कारण आप दा 1957 ईस्वी विच देहांत हो गया। उस समय दे प्रेमियां ने दस्सिया है कि जिन्नियां संगतां सिंह साहिब ज्ञानी अर्जन सिंह जी दी अर्थी नाल जलूस दी शक्ल विच मसाणा तक गईयां, इन्हां संगतां दा इकट्ठ इस तो पहलां किसी व्यक्ति दी अर्थी नाल जांदा नहीं तकिया, जिस तो स्पष्ट है कि आप जी दी धार्मिक ते विद्वान शख्सियत दा अमृतसर दीआं संगतां दे मन विच भारी सत्कार ते प्यार सी। इन्हां दे समय ज्ञानी भुपिंदर सिंह जी मुख ग्रंथी, ज्ञानी अक्षर सिंह जी ते ज्ञानी चेत सिंह जी ग्रंथी सन। आप सुभाव दे बड़े मिठे, निरहंकार, निर्मता दे पुंज, विद्वान खोजी, लेखक ते सुगड़ वक्ता सन। संगतां आप दे सुभाव, गुणा ते कथा दी हुण तक बहुत शलाघा करदियां हन। सो अज असीं यह किताब पन्ना नंबर 170 तक ही पढ़ांगे। इजाजत दिओ। वाहिगुरू जी का खालसा, वाहिगुरू जी की फतेह।